ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV NRI ਵਰਡ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। 10 ਦਿਨ ਤੋਂ ਜ਼ਿਆਦਾ ਹੋ ਚੁੱਕੇ ਨੇ ਇਜ਼ਰਾਈਲ ਤੇ ਹਮਾਸ ਦੇ ਯੁੱਧ ਨੂੰ। ਅਮਰੀਕਾ ਇਹਦੇ ਵਿੱਚ ਡੀਪਲੀ ਇਨਵੋਲਵ ਹੋ ਚੁੱਕਾ ਹੈ। ਸੋ ਯੂਨਾਈਟਿਡ ਨੇਸ਼ਨਸ ਦੇ ਵਿੱਚ ਆਪਣੀ ਵੀਟੋ ਪਾਵਰ ਦਾ ਇਸਤੇਮਾਲ ਕਰਦਾ ਹੈ ਔਰ ਇੱਕ ਥਾਂ ਦੇ ਉੱਤੇ ਭੇਜਦਾ ਹੈ ਉਹ ਦਵਾਈਆਂ ਔਰ ਇੱਕ ਥਾਂ ਦੇ ਉੱਤੇ ਭੇਜਦਾ ਹੈ ਉਹ ਹਥਿਆਰ। ਗਾਜ਼ਾ ਦੇ ਵਿੱਚ ਉਹ ਭੇਜਦਾ ਹੈ ਦਵਾਈਆਂ, ਮਨੁੱਖੀ ਸਹਾਇਤਾ ਔਰ ਇਜ਼ਰਾਈਲ ਨੂੰ ਦਿੰਦਾ ਹੈ ਹਥਿਆਰ। ਹੋਰ ਲੜੋ, ਹੋਰ ਯੁੱਧ ਕਰੋ। ਇਜ਼ਰਾਈਲ ਨੂੰ ਕਿਹਾ ਗਿਆ ਕਿ ਤੁਸੀਂ ਇਸ ਯੁੱਧ ਨੂੰ ਸਟਾਪ ਕਰ ਦਿਓ, ਸੀਜ਼ ਫਾਇਰ। ਇਜ਼ਰਾਈਲ ਕਹਿੰਦਾ ਨਹੀਂ, ਜਿਸ ਤਰ੍ਹਾਂ ਹਮਾਸ ਨੇ ਸਾਡੇ ਉੱਤੇ ਅਟੈਕ ਕੀਤਾ ਹੈ ਔਰ ਜਿਸ ਤਰ੍ਹਾਂ ਸਾਡੇ ਨਾਗਰਿਕਾਂ ਦਾ ਬੁਰਾ ਹਾਲ ਕੀਤਾ ਅਚਾਨਕ ਹਮਲਾ ਕਰਕੇ, ਉਸ ਦੇ ਨਾਲ ਸਾਡੇ ਅੰਦਰ ਇਹ ਗੁੱਸਾ ਹੈ ਕਿ ਇਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਇਹ ਹਮਲਾ ਕਰ ਸਕਦਾ ਹੈ। ਇਸ ਕਰਕੇ ਇਹਨੂੰ ਜੜੋਂ ਖਤਮ ਕਰਨਾ ਸਾਡਾ ਫਰਜ਼ ਬਣਦਾ ਹੈ ਔਰ ਇਨਸਾਨੀਅਤ ਦਾ ਵੀ ਫਰਜ਼ ਬਣਦਾ ਹੈ ਔਰ ਸਾਰੀ ਦੁਨੀਆ ਸਾਡਾ ਸਾਥ ਦੇਵੇ। US ਦਾ ਸਾਥ ਦੇ ਰਿਹਾ ਔਰ ਨਾਲ ਗਾਜ਼ਾ ਦੇ ਵਿੱਚ ਮਨੁੱਖੀ ਸਹਾਇਤਾ ਵੀ ਪਹੁੰਚਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਗਾਜ਼ਾ ਦੇ ਵਿੱਚ ਉਹ ਸਹਾਇਤਾ ਪਹੁੰਚਦੀ ਪਈ ਹੈ ਕਿ ਨਹੀਂ, ਕਿਉਂਕਿ ਬੰਬਾਰਮੈਂਟ ਹੋ ਰਹੀ ਹੈ, ਹਰ ਪਾਸੇ ਬੁਰਾ ਹਾਲ ਹੈ। ਇੱਥੋਂ ਤੱਕ ਕਿ ਹਸਪੀਟਲਸ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ, ਰਿਲੀਜੀਅਸ ਪਲੇਸਿਸ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ, ਯਾਨੀ ਕਿ ਵਾਰ ਦੇ ਜਿਹੜੇ ਨਿਯਮ ਨੇ ਉਹਨਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਨੇ। ਸੋ ਇਸ ਵਕਤ ਹਰ ਪਾਸੇ ਬੁਰਾ ਹਾਲ ਹੈ ਔਰ ਅਸੀਂ ਇੱਕ ਨਵੀਂ ਅਪਡੇਟ ਦੇ ਨਾਲ, ਇੱਕ ਨਵੇਂ ਐਪੀਸੋਡ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਆ ਕਿ ਪਿੱਛੇ ਗੇਮ ਪਲੇਅਰ ਕੌਣ ਹੈ, ਕਿਸ ਦੇ ਦਿਮਾਗ ਦੀ ਉਪਜ ਹੈ ਜੋ ਇਹ ਸਾਰੀ ਖੇਡ ਚੱਲਦੀ ਪਈ ਹੈ। ਪਹਿਲਾਂ ਯੂਕਰੇਨ ਤੇ ਰਸ਼ੀਆ ਦੀ ਵਾਰ ਚੱਲਦੀ ਪਈ ਆ, ਉਹਨੂੰ 600 ਦਿਨ ਤੋਂ ਜ਼ਿਆਦਾ ਹੋ ਗਏ ਤੇ ਹੁਣ ਇੱਕ ਨਵਾਂ ਹੌਟ ਸਪੌਟ ਕ੍ਰੀਏਟ ਕੀਤਾ ਹੈ ਔਰ ਇਹਦੇ ਵਿੱਚ ਨਵਾਂ ਯੁੱਧ ਸ਼ੁਰੂ ਹੋ ਗਿਆ। ਸੋ ਇਹਦੇ ਪਿੱਛੇ ਕੌਣ ਹੈ ਔਰ ਲੋਕੀ ਚਰਚਾ ਕਰਦੇ ਪਏ ਨੇ, ਵਰਲਡ ਮੀਡੀਆ ਦੇ ਵਿੱਚ ਇਹ ਗੱਲ ਹੋ ਰਹੀ ਹੈ ਕਿ ਇਹ ਵਰਲਡ ਵਾਰ 3 ਦੀ ਸ਼ੁਰੂਆਤ ਤੋਂ ਨਹੀਂ। ਸੋ ਇਹ ਸਾਰੀਆਂ ਗੱਲਾਂ ਲੈ ਕੇ ਅਸੀਂ ਹਾਜ਼ਰ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਮੈਡਮ ਆਸ਼ਿਮਾ ਸਹਾਨੀ, ਜਿਨ੍ਹਾਂ ਦਾ ਫੀਲਡ ਹੈ ਪੋਲੀਟੀਕਲ ਸਾਇੰਸ ਔਰ ਇੰਡੀਅਨ ਪੋਲਿਟੀ, ਇੰਟਰਨੈਸ਼ਨਲ ਪੋਲਿਟਿਕਸ। ਇਹਨਾਂ ਦਾ ਐਕਸਪਰਟੀਜ਼ ਆ KMB ਕਾਲਜ ਜਲੰਧਰ ਤੋਂ। ਵੈਲਕਮ ਟੂ NRI ਵਰਡ ਮੈਮ। ਥੈਂਕ ਯੂ ਸਰ। ਬਹੁਤ ਲੰਬਾ ਚੌੜਾ ਮੈਂ ਕਿੱਸਾ ਸੁਣਾ ਦਿੱਤਾ ਔਰ ਇਹ ਕਿੱਸਾ ਹੋਰ ਵੀ ਲੰਬਾ ਚੌੜਾ ਹੈ ਕਿ ਇਕੱਲਾ ਮੈਂ ਹੀ ਬੋਲਣਾ ਜਾਵਾਂ ਤਾਂ 1 ਘੰਟਾ ਮੈਂ ਬੋਲ ਸਕਦਾ ਇਹਦੇ ਉੱਤੇ, ਕਿਉਂਕਿ ਮਸਲਾ ਹੀ ਐਸਾ ਹੈ। ਹੁਣ ਮੇਨ ਗੱਲ ਇਹ ਹੈ ਜਿਹੜੀ ਆਪਾਂ ਪਹਿਲਾਂ ਵੀ ਐਪੀਸੋਡਸ ਦੇ ਵਿੱਚ ਕਰ ਚੁੱਕੇ ਹਾਂ ਕਿ ਲੋਕਾਂ ਨੂੰ ਇਹ ਕਿਉਂ ਵਿਸ਼ਵਾਸ ਹੁੰਦਾ ਜਾ ਰਿਹਾ ਕਿ ਇਹ ਗੇਮ ਪਲੇਅਰ ਅਮਰੀਕਾ ਹੀ ਹੈ, ਇਸ ਗੇਮ ਦੇ ਪਿੱਛੇ ਅਮਰੀਕਾ ਹੀ ਚੱਲਦਾ ਪਿਆ ਔਰ ਜਿੰਨਾ ਜ਼ਿਆਦਾ ਡੀਪਲੀ ਇਨਵੋਲਵ ਹੁੰਦਾ ਜਾਏਗਾ ਰਿਜ਼ਲਟਸ ਵੱਖਰੇ ਹੋਣਗੇ। ਕਿਉਂਕਿ ਇੱਕ ਪੋਲੀਟੀਕਲ ਮੂਵ ਇਹ ਵੀ ਮੰਨੀ ਜਾ ਰਹੀ ਹੈ ਕਿ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੇ ਉੱਤੇ ਬੜੇ ਇਲਜ਼ਾਮ ਸੀਗੇ ਕਿ ਕਰਪਸ਼ਨ, ਬ੍ਰਾਈਬਰੀ, ਇਹ ਸਭ, ਔਰ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਵੀ ਹੋਣੇ ਸ਼ੁਰੂ ਹੋ ਗਏ ਸੀ ਔਰ ਉਹ ਜੁਡੀਸ਼ਰੀ ਨੂੰ ਵੀ ਚੇਂਜ ਕਰਨਾ ਚਾਹੁੰਦੇ ਸੀ। ਪਰ ਇਸ ਇਨਸੀਡੈਂਟ ਨੇ ਉਹ ਸਭ ਕੁਝ ਕਵਰ ਅਪ ਕਰ ਦਿੱਤਾ। ਗੱਲ ਕਿਸੇ ਹੋਰ ਪਾਸੇ ਤੁਰ ਪਈ। ਉਹਨਾਂ ਦੀ ਬੇਈਮਾਨੀ ਦੇ ਸਬੂਤ ਜਾਂ ਬੇਈਮਾਨੀ ਦਾ ਟਰਾਇਲ ਉਹ ਕਿਤੇ ਛਿੱਕੇ ਟੰਗਿਆ ਗਿਆ। ਹੁਣ ਇਹ ਮਾਮਲਾ ਕੁਝ ਹੋਰ ਹੀ ਬਣਦਾ ਜਾ ਰਿਹਾ। ਇੱਥੋਂ ਤੱਕ ਕਿ ਲੋਕ ਵਰਲਡ ਵਾਰ 3 ਦੀ ਗੱਲ ਕਰਨ ਲੱਗ ਪਏ ਨੇ। ਨਾਓ ਕਿਉਂ ਲੱਗ ਰਿਹਾ ਲੋਕਾਂ ਨੂੰ ਕਿ ਗੇਮ ਪਲੇਅਰ ਅਮਰੀਕਾ ਹੈ? ਦਿਖਾਈ ਕੁਝ ਹੋਰ ਦੇ ਰਿਹਾ, ਪਿੱਛੇ ਅਮਰੀਕਾ ਸਭ ਕੁਝ ਕਰ ਰਿਹਾ। ਜਿੱਦਾਂ ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਵਿੱਚ ਨਾਟੋ ਇਨਵੋਲਵ ਹੈ, ਲਾਈਕਵਾਈਜ਼ ਤੁਹਾਨੂੰ ਕੀ ਲੱਗਦਾ? ਸਭ ਤੋਂ ਪਹਿਲੇ ਮੈਂ ਜਵਾਬ ਦੇਣਾ ਚਾਹੂੰਗੀ, ਤੁਸੀਂ ਨਿਤਨਯਾਹੂ ਦੀ ਗੱਲ ਕਰ ਰਹੇ ਸੀਗੇ ਕਿ ਹੀ ਵਾਸ ਇਨਵੋਲਵਡ ਇਨ ਕਰਪਸ਼ਨ ਐਂਡ ਆਲ ਦੈਟ। ਮੇਰੇ ਖਿਆਲ ਜਿੰਨੇ ਵੀ ਮੀਡੀਆ ਹਾਊਸਿਸ ਆ ਸਭ ਨੂੰ ਪਤਾ ਹੈ ਕਿ ਬਰਖਾ ਦੱਤ ਵਾਸ ਅਵੇ ਟੂ ਇਜ਼ਰਾਈਲ, ਦੈਟ ਪਾਰਟਿਕੂਲਰ ਏਰੀਆ, ਫॉर ਹਰ ਫੀਲਡ ਕਵਰੇਜ। ਅਤੇ ਮੈਂ ਉਹਨਾਂ ਦੀ ਇੰਟਰਵਿਊ ਦੇਖੀ ਵਿਦ ਆਸ਼ੂਤੋਸ਼ ਉਹਨਾਂ ਨੂੰ ਇੰਟਰਵਿਊ ਕਰ ਰਹੇ ਸੀ ਬਰਖਾ ਦੱਤ ਨੂੰ, ਔਰ ਉਹਨਾਂ ਦੀ ਇੰਟਰਵਿਊ ਤੋਂ ਮੈਨੂੰ ਇਹ ਪਤਾ ਚੱਲਿਆ ਕਿ ਜਿਹੜੇ ਲੋਕ ਹੈ ਉਹ ਵਾਕਈ ਹੀ ਨਿਤਨਯਾਹੂ ਦੇ ਵੀ ਇੱਕ ਸੈਕਸ਼ਨ ਜਿਹੜਾ ਲੋਕਾਂ ਦਾ ਕਾਫੀ ਖਿਲਾਫ ਹੈ। ਜਿਹੜੇ ਤੁਸੀਂ ਇਲਜ਼ਾਮ ਲਗਾ ਰਹੇ ਹੋ, ਇਹਦੇ ਨਾਲ ਇੱਕ ਹੋਰ ਪੁਆਇੰਟ ਹੈ ਜਿਹੜਾ ਮੈਂ ਇੱਥੇ ਹਾਈਲਾਈਟ ਕਰਨਾ ਚਾਹੂੰਗੀ ਕਿ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਹ ਬਹੁਤ ਜ਼ਿਆਦਾ ਐਗਰੈਸਿਵਲੀ ਡੀਲ ਕਰ ਰਿਹਾ ਇਸ ਪੋਲਿਸੀ ਦੇ ਨਾਲ। ਪੈਲਸਟੀਨੀਅਨ ਦਾ ਜਿਹੜਾ ਇਸ਼ੂ ਹੈ ਉਹਨੂੰ ਪੀਸਫੁਲੀ ਵੀ ਹੈਂਡਲ ਕੀਤਾ ਜਾ ਸਕਦਾ, ਬਟ ਹੀ ਇਜ਼ ਬੀਇੰਗ ਓਵਰ ਐਗਰੈਸਿਵ ਅਗੇਨ ਬਿਕੋਜ਼ ਆਫ ਦੀ ਪੋਲੀਟੀਕਲ ਰੀਜ਼ਨ, ਇਲੈਕਟੋਰਲ ਰੀਜ਼ਨਸ, ਇਹੀ ਰੀਜ਼ਨਸ ਹੈ। ਅਤੇ ਕੁਛ ਇਜ਼ਰਾਈਲੀ ਵੀ ਆਪਣੇ ਪ੍ਰਧਾਨ ਮੰਤਰੀ ਦੇ ਨਾਲ ਨਾਖੁਸ਼ ਹੈ। ਮਤਲਬ ਇਹ ਕਿ ਆਪਣੇ ਆਪ ਨੂੰ ਪੋਜੀਸ਼ਨ ਦੇ ਵਿੱਚ ਰੱਖਣ ਵਾਸਤੇ ਟੂ ਬੀ ਦ ਪ੍ਰਾਈਮ ਮਿਨਿਸਟਰ, ਯੈਸ, ਇਸ ਪੋਜੀਸ਼ਨ ਨੂੰ ਮੈਂ ਹੋਲਡ ਅਪ ਕਰਕੇ ਰੱਖਾਂ, ਉਹ ਇਹ ਸਾਰੀ ਗੇਮ ਹੋ ਰਹੀ ਆ। ਔਰ ਇਹਦੇ ਵਿੱਚ ਉਹ ਬਾਈਡਨ ਸਾਹਿਬ ਨੂੰ ਵੀ ਕਾਫੀ ਡੀਪਲੀ ਲੈ ਕੇ ਜਾ ਰਹੇ ਨੇ। ਇਹ ਤਾਂ ਬਾਈਡਨ ਸਾਹਿਬ ਦੇ ਵਾਸਤੇ ਵੀ ਇੱਕ ਖਤਰਨਾਕ ਮੋੜ ਹੋ ਸਕਦਾ ਹੈ ਕਿਉਂਕਿ 2024 ਦੀਆਂ ਇਲੈਕਸ਼ਨਸ ਵੀ ਉੱਥੇ ਪੈਂਡਿੰਗ ਨੇ, ਉਹਨਾਂ ਦਾ ਵੀ ਪੋਲੀਟੀਕਲ ਕੈਰੀਅਰ ਆ। ਸੋ ਜੋ ਇਜ਼ਰਾਈਲ ਦੇ PM ਨੇ ਉਹ ਆਪਣੀ ਪਾਵਰ ਪੋਜੀਸ਼ਨ ਵਾਸਤੇ ਬਾਈਡਨ ਸਾਹਿਬ ਨੂੰ ਯੂਜ਼ ਕਰ ਰਹੇ ਨੇ, ਕਿਉਂਕਿ ਇੰਨੇ ਬੁੱਧੂ ਤਾਂ ਬਾਈਡਨ ਸਾਹਿਬ ਨਹੀਂ ਹੋ ਸਕਦੇ ਕਿ ਈਜ਼ੀਲੀ ਯੂਜ਼ ਹੋ ਜਾਣ। ਇਹਦੇ ਵਿੱਚ ਵੀ ਅਮਰੀਕਾ ਦਾ ਕੋਈ ਸੈਲਫ ਇੰਟਰਸਟ ਜ਼ਰੂਰ ਹੋਣਾ ਚਾਹੀਦਾ।
ਦੇਖੋ ਅੱਜ ਮੈਡੀਟਰੇਨੀਅਨ ਸੀ 'ਚ ਅਮਰੀਕਾ ਦੇ 2 ਏਅਰਕ੍ਰਾਫਟ ਕੈਰੀਅਰ ਖੜੇ ਨੇ, ਇੱਕ ਰੈੱਡ ਸੀ ਦੇ ਕੋਲ ਔਰ ਇੱਕ ਥੋੜ੍ਹਾ ਜਿਹਾ ਹੋਰ ਅੱਗੇ ਜਾ ਕੇ ਹੈ। ਨਾ ਦੀ ਕੁਐਸਚਨ ਇਜ਼ ਹਮਾਸ ਕੋਈ ਇੰਨੀ ਵੱਡੀ ਆਰਗੇਨਾਈਜੇਸ਼ਨ ਤਾਂ ਹੈ ਨਹੀਂ ਕਿ ਜਿਹੜੇ ਅਮਰੀਕਨਸ ਨੂੰ ਉੱਥੇ ਆਪਣੇ ਕੈਰੀਅਰਸ ਖੜੇ ਕਰਨੇ ਪੈ ਗਏ। ਠੀਕ ਹੈ ਜੀ। ਅੱਛਾ, ਫਿਰ ਤੁਸੀਂ ਇਵੈਂਟ ਨੂੰ ਦੇਖੋ, 2-3 ਪ੍ਰੋਬਲਮਸ ਇਕੱਠੀਆਂ ਚੱਲ ਰਹੀਆਂ। ਕਟਰ ਔਰ ਇੰਡੀਆ ਦਾ ਵੀ ਇਸ਼ੂ ਹੋ ਗਿਆ ਰਿਗਾਰਡਿੰਗ ਦੈਟ। ਜਿਹੜੇ 8 ਜਿਹੜੇ ਨੇਵੀ ਆਫਿਸਰਸ ਹੈ ਉਹਨਾਂ 'ਤੇ ਇਹੀ ਇਲਜ਼ਾਮ ਲਗਾਇਆ ਗਿਆ ਕਿ ਦੇ ਆਰ ਸਪਾਈਂਗ ਫॉर ਮੁਸਾਦ ਟੂ ਹੈਲਪ ਇਜ਼ਰਾਈਲੀ ਇਨ ਸਮ ਏਅਰਕ੍ਰਾਫਟ ਕੈਰੀਅਰ ਮੈਟਰਸ ਦੇ ਵਿੱਚ। ਠੀਕ ਹੈ। ਅੱਛਾ, ਦੂਸਰਾ ਫਰੰਟ ਕੀ ਹੈ, ਤੁਸੀਂ ਕਟਰ ਦੇਖੋ। ਕਟਰ ਹੁਣ ਜਿਹੜਾ ਉਹ ਇੱਕ ਬੜਾ ਹੀ ਨਿਊਟਰਲ ਕੰਟਰੀ ਹੈ। ਠੀਕ ਹੈ। ਕਟਰ ਇਜ਼ ਵਨ ਕੰਟਰੀ ਜਿਹੜੇ ਅਮਰੀਕਾ ਦੇ ਸਮਝੌਤੇ ਕਰਾਂਦਾ ਸਾਰਿਆਂ ਦੇ ਨਾਲ। ਕਟਰ ਦੇ ਵਿੱਚ ਤੁਹਾਨੂੰ ਤੁਸੀਂ ਮਤਲਬ ਸਾਊਦੀ ਅਰੇਬੀਆ ਦੇ ਨਾਲ ਵੀ ਜੇ ਤੁਸੀਂ ਮੁਲਾਕਾਤ ਕਰਨੀ ਹੈ ਹੋ ਜਾਏਗਾ। ਠੀਕ ਹੈ। ਕਟਰ ਵਿੱਚ ਹਮਾਸ ਦੇ ਵੀ ਬੰਦੇ ਬੈਠੇ ਹੋਏ ਹੈ, ਕਟਰ ਦੇ ਵਿੱਚ ਅਲਕਾਇਦਾ ਦੇ ਵੀ ਬੈਠੇ ਹੋਏ ਹੈ। ਠੀਕ ਹੈ। ਕਟਰ ਦੇ ਵਿੱਚ ਅਮਰੀਕਨ ਆਰਮੀ ਵੀ ਬੈਠੀ ਹੋਈ ਹੈ। ਔਰ ਦੇਖੋ ਹੁਣ ਇਜ਼ਰਾਈਲ ਕਟਰ ਵਿੱਚ ਹੈਗੇ ਆ ਹਮਾਸ ਦੇ ਪਿੱਛੇ ਕਟਰ ਖੜਾ ਹੋਇਆ ਹੈ, ਲੇਕਿਨ ਕਟਰ ਦੇ ਪਿੱਛੇ ਅਮਰੀਕਾ ਵੀ ਖੜਾ ਹੋਇਆ ਹੈ। ਅਤੇ ਇਹ ਜਿਹੜੀ ਗੇਮ ਹੈ ਇਹਨੂੰ ਸਮਝਣਾ ਕੋਈ ਇੰਨਾ ਸੌਖਾ ਨਹੀਂ ਹੈ। ਠੀਕ ਹੈ। ਇੱਕ ਆਮ ਬੰਦੇ ਨੂੰ ਦੂਸਰੀ ਕੀ ਗੱਲ ਕਰ ਰਹੇ ਨੇ ਕਿ ਆਮ ਲੋਕਾਂ ਨੂੰ ਸਹੀ ਜਿਹੜੀ ਚੀਜ਼ ਸਮਝ ਨਾ ਲੱਗ ਸਕੇ, ਉਹ ਕੁਝ ਹੋਰ ਪ੍ਰੋਜੈਕਸ਼ਨਸ ਕੁਝ ਹੋਰ ਹੋ ਰਹੀਆਂ, ਲੇਕਿਨ ਅਸਲ 'ਚ ਅੰਦਰ ਦੀ ਕਹਾਣੀ ਹੋਰ ਹੈ। ਅੰਦਰ ਦੀ ਕਹਾਣੀ ਇਹੀ ਹੈ, ਜਿਹੜੇ ਬਾਰ-ਬਾਰ ਇਹੀ ਕਿਹਾ ਜਾ ਰਿਹਾ ਹੈ ਕਿ ਈਰਾਨ ਨੂੰ ਟਾਰਗੇਟ ਕਰਨਾ ਹੈ। ਹੁਣ ਈਰਾਨ ਟਾਰਗੇਟ ਕਿੱਦਾਂ ਹੋਏਗਾ? ਹੁਣ ਤੁਸੀਂ ਦੇਖੋ ਇਜ਼ਰਾਈਲ 'ਚ ਤਾਂ ਪ੍ਰੋਬਲਮ ਸ਼ੁਰੂ ਹੋਈ ਹੈ ਹਮਾਸ। ਠੀਕ ਹੈ। ਹਮਾਸ ਤੋਂ ਹਜ਼ਬੁੱਲਾ ਲੈਬਨਾਨ 'ਚ। ਠੀਕ ਹੈ। ਫਿਰ ਲੈਬਨਾਨ ਤੋਂ ਫਿਰ ਪ੍ਰੋਬਲਮ ਜਾ ਪਹੁੰਚੇਗੀ ਜਾ ਕੇ ਫਿਰ ਮਤਲਬ ਜਿਹੜਾ ਯੈਮਨ ਦੇ ਵਿੱਚ ਜਿਹੜਾ ਹਾਊਥੀਜ਼ ਗਰੁੱਪ ਆਪਾਂ ਜਿਹਨੂੰ ਕਹਿੰਦੇ ਹਾਂ ਉਹ ਵੀ ਤਿਆਰ ਬੈਠੇ ਹੋਏ ਆ। ਠੀਕ ਹੈ। ਔਰ ਈਰਾਨ ਨੂੰ ਇੰਨਾ ਕਿ ਇੰਸਟੀਗੇਟ ਕੀਤਾ ਜਾਏਗਾ ਕਿ ਈਰਾਨ ਕੋਲ ਰਿਹਾ ਨਹੀਂ ਜਾਣਾ, ਐਂਡ ਦੈਨ ਮੇਬੀ ਅਮਰੀਕਾ ਵਿਲ ਇਨਕੈਸ਼ ਦੈਟ ਓਪਰਚੁਨਿਟੀ। ਅਮਰੀਕਾ ਉਹਨੂੰ ਉਕਸਾ ਰਿਹਾ ਹੈ ਔਰ ਇੱਕ ਪਾਸੇ ਉਹਦੀਆਂ ਇਕਨੋਮਿਕ ਡੀਲਸ ਵੀ ਈਰਾਨ ਦੇ ਨਾਲ ਨੇ, ਇਸ ਕਰਕੇ ਡਾਇਰੈਕਟਲੀ ਆ ਨਹੀਂ ਸਕਦਾ ਕਿਉਂਕਿ ਉਹਨੂੰ ਇਕਨੋਮਿਕਲੀ ਬਹੁਤ ਰਿਸਕ ਹੋ ਸਕਦਾ। ਮੈਂ ਤੁਹਾਨੂੰ ਇੱਕ ਹੋਰ ਮਜ਼ੇ ਦੀ ਗੱਲ ਦੱਸੂੰਗੀ ਕਿ ਇੱਕ ਨਾ ਅੱਜ ਵੀਡੀਓ ਵਾਇਰਲ ਹੋ ਰਿਹਾ ਸੀਗਾ ਕਿ ਇੱਕ ਪੈਲਸਟੀਨੀਅਨ ਹੈ, ਉਹ ਪੈਲਸਟੀਨੀਅਨ ਇਹ ਕਹਿ ਰਿਹਾ ਕਿ ਜਿਹੜੀਆਂ ਤੁਸੀਂ ਪ੍ਰੋਟੈਸਟ ਚੱਲ ਰਹੀਆਂ ਸੀ, ਆਪਣੇ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਪੂਰੀ ਦੁਨੀਆ ਦੇ ਅੰਦਰ ਪ੍ਰੋਟੈਸਟ ਚੱਲ ਰਿਹਾ ਫॉर ਪੈਲਸਟੀਨੀਅਨ। ਉਹ ਬੰਦਾ ਕੁਐਸਚਨ ਕਰ ਰਿਹਾ ਹੈ ਕਿ ਜਿਹੜੇ ਤੁਸੀਂ ਪ੍ਰੋਟੈਸਟ ਚੱਲ ਰਹੇ, ਤੁਸੀਂ ਆਪਣੀ ਗਵਰਨਮੈਂਟ ਨੂੰ ਕ੍ਰਿਟਿਸਾਈਜ਼ ਕਰ ਰਹੇ ਹੋ, ਤੁਹਾਡਾ ਬਿਜ਼ਨਸ ਹੈ, ਤੁਸੀਂ ਪ੍ਰੋਟੈਸਟ ਕਾਹਦੇ ਲਈ ਕਰ ਰਹੇ ਹੋ? PLO ਪੈਲਸਟਾਈਨ ਵਾਲਾ ਕਿ ਯਸ਼ਰ ਅਰਾਫਾਤ ਵਾਲਾ ਪੈਲਸਟੀਨੀਅਨ ਕਿ PO ਵਾਲਾ ਪੈਲਸਟੀਨੀਅਨ ਕਿ ਜਿਹਾਦ ਵਾਲਾ ਪੈਲਸਟੀਨੀਅਨ ਕਿ ਹਮਾਸ ਵਾਲਾ? ਮਤਲਬ ਪੈਲਸਟੀਨੀਅਨਸ ਨੂੰ ਵੀ ਲੱਗਦਾ ਪਿਆ ਹੈ ਕਿ ਦੁਨੀਆ ਦੇ ਅੰਦਰ ਲੋਕ ਤਮਾਸ਼ਾ ਦੇਖ ਰਹੇ ਹੈ ਔਰ ਉਹ ਰਿਕੁਐਸਟ ਕਰਦੇ ਪਏ ਹੈ ਕਿ ਤੁਸੀਂ ਸਾਡਾ ਇੱਦਾਂ ਤਮਾਸ਼ਾ ਨਾ ਦੇਖੋ, ਜੇ ਤੁਸੀਂ ਬਦਲਾ ਲੈਣੇ ਤਾਂ ਮਿਡਲ ਈਸਟ ਵਾਂਗ ਬਦਲਾ ਲਓ। ਉਹ ਕੀ ਹੈ? ਉਹ ਕਹਿੰਦੇ ਕਿਉਂਕਿ ਹਮਾਸ ਨੇ ਸਾਡੀ ਗੇਮ ਖਰਾਬ ਕੀਤੀ ਹੈ। ਠੀਕ ਹੈ। ਐਂਡ ਦਿਸ ਵਾਜ਼ ਨਾਟ ਰਾਈਟ ਔਨ ਪਾਰਟ ਆਫ ਹਮਾਸ, ਔਰ ਜੋ ਇਜ਼ਰਾਈਲ ਨੇ ਕੀਤਾ ਉਹ ਵੀ ਗਲਤ ਕੀਤਾ, ਜੋ ਹਮਾਸ ਨੇ ਕੀਤਾ ਉਹ ਵੀ ਗਲਤ ਕੀਤਾ। ਹੁਣ ਅਸੀਂ ਆਪਣੀ ਲੜਾਈ ਖੁਦ ਲੜਾਂਗੇ। ਕਿੱਦਾਂ? ਹਮਾਸ ਨੂੰ ਅਸੀਂ ਇੱਥੋਂ ਕੱਢ ਕੇ, ਮਤਲਬ ਇਹ ਇੱਕ ਵੀਡੀਓ ਵਾਇਰਲ ਹੋਇਆ ਹੈ। ਠੀਕ ਹੈ। ਹੁਣ ਦੇਖੋ ਇਹ ਜਿਹੜਾ ਦਿਸ ਇਜ਼ ਆਲਸੋ ਐਨ ਈਰਾ ਆਫ ਇੰਟੈਲੈਕਚੁਅਲ ਲੇਜ਼ੀਨੈਸ। ਨਾਓ ਇੰਟੈਲੈਕਚੁਅਲ ਲੇਜ਼ੀਨੈਸ ਇੱਥੇ ਮਤਲਬ ਕਿ ਫੇਕ ਨਿਊਜ਼ ਜਾਂ ਪ੍ਰੋਜੈਕਟਡ ਨਿਊਜ਼ ਉਹ ਵੀ ਹੋ ਸਕਦਾ ਹੈ। ਮੈਂ ਤਾਂ ਸਿਰਫ ਤੁਹਾਨੂੰ ਇੱਕ ਇਨਫੋਰਮ ਦੱਸ ਰਹੀ ਹਾਂ ਕਿ ਦਿਸ ਇਜ਼ ਹਾਊ ਪੈਲਸਟੀਨੀਅਨ ਪੀਪਲਸ ਆਰ ਕਮਿੰਗ ਅਪ। ਔਰ ਸਾਡੇ ਬਜ਼ੁਰਗ ਇੱਕ ਗੱਲ ਕਹਿੰਦੇ ਨੇ ਕਿ ਸੋਚ ਜਿੰਨੀ ਗਹਿਰੀ ਹੁੰਦੀ ਜਾਂਦੀ ਆ, ਫੈਸਲੇ ਉਨੇ ਹੀ ਮੁਸ਼ਕਿਲ ਹੁੰਦੇ ਜਾਂਦੇ ਨੇ। ਯੈਸ, ਕਿਉਂਕਿ ਤੁਸੀਂ ਕੁਝ ਨਾ ਕੁਝ ਕਨਫਿਊਜ਼ਨਸ ਲੈ ਕੇ ਚੱਲਦੇ ਹੋ। ਯੈਸ। ਇਹਦੇ 'ਚ ਇੱਕ ਪੁਆਇੰਟ ਹੁੰਦਾ, ਵਾਰ ਹਜੇ ਸ਼ੁਰੂ ਹੋਈ, ਨਾਲ ਦੀ ਨਾਲ ਅਮਰੀਕਾ ਵੱਲੋਂ ਇਹ ਸਟੇਟਮੈਂਟਸ, ਈਰਾਨ ਤੂੰ ਦੂਰ ਰਹਿ, ਤੂੰ ਇਨਵੋਲਵ ਨਹੀਂ ਹੋਣਾ, ਤੂੰ ਸੀਰੀਆ ਦੇ ਰਸਤੇ ਤੋਂ ਅਟੈਕ ਨਹੀਂ ਕਰਨਾ। ਵਾਈ? ਈਰਾਨ ਦਾ ਨਾਂ ਕਿਉਂ ਲਿੱਤਾ ਜਾ ਰਿਹਾ? ਕਿਉਂਕਿ ਈਰਾਨ ਨੂੰ ਇਨਵਾਈਟ ਕੀਤਾ ਜਾ ਰਿਹਾ ਨਾ। ਈਰਾਨ ਨੂੰ ਦੇਖੋ, ਇਹ ਪੂਰੇ ਖਿੱਤੇ ਦੇ ਵਿੱਚ ਅਗਰ ਕੋਈ ਬਹੁਤ ਵੱਡਾ ਅਮਰੀਕਾ ਨੂੰ ਕਿਤੋਂ ਪ੍ਰੋਬਲਮ ਹੈ, ਉਹ ਤਾਂ ਸਾਰੀ ਦੁਨੀਆ ਨੂੰ ਪਤਾ ਈਰਾਨ ਹੀ ਹੈ। ਔਰ ਅਸੀਂ ਕੋਈ ਨਾ ਕੋਈ ਮੌਕਾ ਲੱਭ ਰਹੇ ਹਾਂ ਕਿ ਔਰ ਈਰਾਨ ਇਜ਼ ਹੈਵਿੰਗ ਗੁੱਡ ਰਿਲੇਸ਼ਨ ਵਿਦ ਚਾਈਨਾ, ਵਿਦ ਰਸ਼ੀਆ। ਯੈਸ, ਉਹਨੂੰ ਆਪਣੇ ਗਰੁੱਪ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਨੇ ਔਰ ਇੰਡੀਆ ਵੀ ਸਪੋਰਟ ਕਰ ਰਿਹਾ। ਮਿਡਲ ਈਸਟ 'ਚ ਬਾਕੀ ਤੁਸੀਂ ਸਾਰੇ ਜਿੰਨੀਆਂ ਮਰਜ਼ੀ ਕੰਟਰੀਜ਼ ਦੇਖੋ, ਸਾਰੀਆਂ US ਦੇ ਇਸ਼ਾਰੇ 'ਤੇ ਚੱਲ ਰਹੀਆਂ, ਜਾਂ ਕੁਝ ਕੰਟਰੀਜ਼ ਜ਼ਿਆਦਾਤਰ ਚੁੱਪ ਹੋ ਕੇ ਬੈਠੀਆਂ ਹੋਈਆਂ, ਨਿਊਟਰਲ ਹੋ ਕੇ ਬੈਠੀਆਂ ਹੋਈਆਂ, ਬਿਕੋਜ਼ ਦੇ ਆਰ ਨਾਟ ਇਨ ਅ ਪੋਜੀਸ਼ਨ। ਹੈ ਨਾ? ਤੁਸੀਂ ਦੇਖੋ ਸਾਊਦੀ ਅਰੇਬੀਆ ਵਾਲੇ ਵੀ ਸ਼ਾਂਤ ਬੈਠੇ ਹੋਏ, ਇਜਿਪਟ ਵੀ ਸ਼ਾਂਤ ਬੈਠਾ ਹੋਇਆ ਹੈ। ਠੀਕ ਹੈ। ਲੈਬਨਾਨ 'ਚ ਥੋੜ੍ਹੀ ਬਹੁਤੀ ਥੋੜ੍ਹਾ ਬਹੁਤਾ, ਹਾਂਜੀ,
ਉਹ ਇੱਕ ਇਹਨਾਂ ਨੇ ਹੋਰ ਫਰੰਟ ਸ਼ੁਰੂ ਕਰ ਦਿੱਤਾ ਹੋਇਆ ਹੈ ਵਾਰ ਦਾ। ਯੈਸ, ਅੱਛਾ ਇਹਦੇ ਵਿੱਚ ਇੱਕ ਪੁਆਇੰਟ ਆਉਂਦਾ, ਹੁਣ ਨਿਊਜ਼ ਆ ਰਹੀ ਹੈ ਈਰਾਨ ਨੇ ਡਰੋਨ ਅਟੈਕਸ ਕੀਤੇ ਨੇ ਯੈਸ ਅਮਰੀਕਾ ਦੇ ਆਰਮੀ ਬੇਸ ਕੈਂਪਸ ਦੇ ਉੱਤੇ, ਯੈਸ ਔਰ ਅਮਰੀਕਾ ਦੀ ਆਰਮੀ ਨੇ ਆਪਣੇ ਫੌਜੀਆਂ ਦਾ ਬਦਲਾ ਲਿੱਤਾ, ਯੈਸ ਉਹਨਾਂ ਨੂੰ ਰਿਟੈਲੀਏਟ ਕਰ ਰਹੇ ਨੇ। ਇਹ ਕੀ ਚੀਜ਼ ਹੈ? ਯੈਸ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਮਿਜ਼ਾਈਲ ਸਿਸਟਮ ਅਮਰੀਕਾ ਦਾ ਜਿਹੜਾ ਬੜਾ ਪਾਵਰਫੁਲ ਹੈ, ਥਰਡ ਜਿਹਨੂੰ ਕਹਿੰਦੇ ਆ, ਉਹਨੂੰ ਵੀ ਲਗਾਇਆ ਗਿਆ ਕਿ ਔਰ ਅਗਰ ਉਹ ਸਿਸਟਮ ਲੱਗ ਜਾਂਦਾ, ਉਹ ਸਿਸਟਮ ਬਣਾਇਆ ਗਿਆ ਸੀ ਰਸ਼ੀਆ ਦੇ ਲਈ, ਠੀਕ ਹੈ, ਬਟ ਨਾਓ ਦੈਟ ਮੇ ਬੀ ਯੂਜ਼ਡ ਅਗੇਂਸਟ ਈਰਾਨ। ਇਹ ਕੀ ਹੈ, ਇੱਕ ਸਟ੍ਰੈਟਜੀ ਹੈ ਕਿ ਜਿਹੜਾ ਈਰਾਨ ਹੈ ਵਾਰ 'ਚ ਆਉਣ ਤੋਂ ਪਹਿਲੇ ਸੋਚ ਲਿਆ ਅਸੀਂ ਉਹਨੂੰ ਮਨਾ ਵੀ ਕਰ ਰਹੇ ਤੂੰ ਨਹੀਂ ਆਣਾ ਦੁਨੀਆ ਨੂੰ ਦਿਖਾਉਣ ਲਈ, ਪਰ ਅਸੀਂ ਉਹਨੂੰ ਇਨਸਟੀਗੇਟ ਵੀ ਕਰੀ ਜਾ ਰਹੇ ਕਿ ਆ ਜਾ, ਦੁਨੀਆ ਨੂੰ ਅਸੀਂ ਕਹਿ ਰਹੇ ਹਾਂ ਕਿ ਆ ਦੇਖ ਅਸੀਂ ਵੈਪਨ ਸਿਸਟਮ ਲਾਤਾ, ਇੱਥੇ ਆਈ ਨਾ, ਨਹੀਂ ਤਾਂ ਤੇਰਾ ਕੁਝ ਬਚਣਾ ਨਹੀਂ। ਈਰਾਨ ਨੂੰ ਅਸੀਂ ਕਹਿ ਰਹੇ ਹਾਂ ਯਾ ਮਤਲਬ ਯੂਐਸ ਦੇ ਨੇਵੀ ਬਿਲਕੁਲ ਰੈਡੀ ਆ, ਸੀ ਵਾਟਰਸ ਦੇ ਵਿੱਚ ਬਿਲਕੁਲ ਰੈਡੀ ਆ, ਔਰ ਐਟੋਮਿਕ એનર્ਜੀ ਦੇ ਨਾਲ ਚੱਲਣ ਵਾਲੇ ਸ਼ਿਪਸ ਐਂਡ ਉੱਤੇ ਪਲੇਨਸ ਐਂਡ ਇਕਵਿਪਮੈਂਟ। ਡੀਗੋ ਗਾਰਸ਼ੀਆ ਇੱਕ ਆਈਲੈਂਡ ਹੈ, ਉੱਥੇ ਵੀ ਇਹਨਾਂ ਦਾ ਸਾਰਾ ਕੁਝ ਤਿਆਰ ਖੜਾ ਹੈ, ਬਿਲਕੁਲ, ਔਰ ਤਿਆਰ ਖੜਾ, ਔਰ ਕਿਹਾ ਜਾ ਰਿਹਾ ਕਿ ਸਾਡੇ ਉੱਤੇ ਹਮਲੇ ਹੋ ਰਹੇ ਨੇ ਔਰ ਅਸੀਂ ਉਹਦਾ ਜਵਾਬ ਦੇ ਰਹੇ ਹਾਂ। ਈਰਾਨ ਕਿਉਂ ਹਮਲਾ ਕਰੇਗਾ, ਕਿਉਂ ਉਹਨਾਂ ਦੇ ਬੇਸ ਕੈਂਪ ਦੇ ਉੱਤੇ ਹਮਲਾ ਕਰੇਗਾ, ਕਿਉਂ ਡਰੋਨ ਭੇਜੇਗਾ? ਇਹ ਵਾਕਈ ਹੋ ਰਿਹਾ ਹੈ ਜਾਂ ਇੱਕ ਤਿਆਰ ਕੀਤਾ ਜਾ ਰਿਹਾ ਮਾਹੌਲ ਕਿ ਅਸੀਂ ਈਰਾਨ ਨੂੰ ਟਾਰਗੇਟ ਕਰਕੇ ਉਹਨੂੰ ਅਟੈਕ ਮਾਰਨਾ ਹੈ, ਤੇ ਇੱਕ ਫੇਕ ਮਾਹੌਲ ਤਿਆਰ ਕਰਕੇ ਮੀਡੀਆ ਦੇ ਸਾਥ ਦੇ ਨਾਲ? ਇਹ ਜਵਾਬ ਤੁਸੀਂ ਦਿਓ, ਯੂ ਆਰ ਅ ਮੀਡੀਆ ਪਰਸਨ, ਤੁਸੀਂ ਦੱਸੋ ਇਹ ਮੀਡੀਆ ਹਾਊਸਿਸ ਵਾਲੇ ਕਰ ਰਹੇ ਹੈ ਕਿ ਪ੍ਰੋਪੇਗੈਂਡਾ ਹੈ? ਦੇਖੋ ਜਿਹੜੀ ਇਹਦੀ ਇੱਕ ਸਟੋਰੀ ਹੈ ਨਾ, ਸਟੋਰੀ 2-3 ਸਾਲ ਬਾਅਦ ਤੇ ਸਮਝ ਲੱਗ ਜਾਏਗੀ, ਹਜੇ ਤਾਂ ਸਾਨੂੰ ਰਸ਼ੀਆ ਤੇ ਯੂਕਰੇਨ ਦੀ ਸਟੋਰੀ ਨਹੀਂ ਸਮਝ ਆ ਰਹੀ। ਜਦੋਂ ਇਹ ਵਾਰ ਸ਼ੁਰੂ ਹੋਇਆ ਸੀਗਾ ਉਦੋਂ ਇੱਕ ਚੀਜ਼ ਨੂੰ ਹਾਈਲਾਈਟ ਕਰ ਦਿੱਤਾ ਗਿਆ ਸੀ ਕਿ ਅੱਜ ਕੱਲ੍ਹ ਦੇ ਜਿਹੜੇ ਵਾਰ ਹੈ ਨਾ ਉਹ ਤਾਂ 1-2 ਦਿਨ ਵਾਲੇ ਹੋਣੇ ਹੈ ਨਾ, ਤੁਸੀਂ ਦੇਖੋ ਕਿੰਨਾ ਪ੍ਰੋਲੋਂਗ ਕਰ ਗਿਆ। ਇਹ ਫੁੱਲ ਫਲੈਜ ਵਾਰ ਵਾਸਤੇ ਇਕਵਿਪਡ ਨੇ, ਫੁੱਲੀ ਇਕਵਿਪਡ ਨੇ, ਔਰ ਅਮਰੀਕਾ ਦੀ ਆਰਮੀ ਬਿਲਕੁਲ ਰੈਡੀ ਆ, ਔਰ ਪੈਂਟਾਗਨ ਇਨਵੋਲਵਡ ਹੈ ਇਹਦੇ ਵਿੱਚ, ਜੋ ਇਹ ਸਾਰੇ ਸੀਕ੍ਰੇਟਸ ਅੱਗੇ ਆ ਰਹੇ ਨੇ, ਔਰ ਪਬਲਿਕ ਕਹਿ ਰਹੀ ਹੈ ਹੋਪ 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 ਇਜ਼ ਨਾਟ ਅ ਸਟ੍ਰੈਟਜੀ। ਯੈਸ, ਵਾਈ ਓਨਲੀ ਅਮਰੀਕਾ ਇਜ਼ ਇਨਵੋਲਵਡ, ਵੈਸਟ ਇਜ਼ ਆਲਸੋ ਇਨਵੋਲਵਡ, ਵੈਸਟ ਹੈ ਨਾਲ ਸਾਰਾ ਯੂਰਪੀਅਨ ਯੂਨੀਅਨ, ਫਾਈਵ ਆਈਜ਼ ਨੇ, ਯੈਸ ਇਹ ਸਾਰੇ ਇਨਵੋਲਵਡ ਹੈ, ਕੱਲਾ ਅਮਰੀਕਾ ਔਰ ਉਹਦੇ ਐਲਾਈਜ਼। ਮੈਂ ਉਹੀ ਕਹਿ ਰਿਹਾ, ਹੋਪ ਲੋਕ ਕਰਦੇ ਨੇ, ਹੋਪ ਇਜ਼ ਨਾਟ ਅ ਸਟ੍ਰੈਟਜੀ, ਸਟ੍ਰੈਟਜੀ ਵਾਰ ਹੈ, ਔਰ ਸਟ੍ਰੈਟਜੀ ਕੀ ਹੈ ਹੌਲੀ ਹੌਲੀ ਸਾਹਮਣੇ ਆ ਰਹੀ ਆ। ਨਾਓ ਯੂਐਨ ਦੇ ਵਿੱਚ ਵੀਟੋ ਪਾਵਰ ਇਸਤੇਮਾਲ ਕਰਦਾ ਅਮਰੀਕਾ, ਔਰ ਯੂਐਨ ਨੂੰ ਕਹਿੰਦਾ ਹੈ ਇਜ਼ਰਾਈਲ ਨੂੰ ਸਟਾਪ ਕਰ ਦਿਓ। ਉਹ ਅੱਗੋਂ ਇੱਕ ਮਨੁੱਖਤਾ ਦੇ ਆਧਾਰ ਦੇ ਉੱਤੇ ਇੱਕ ਲੰਬੀ ਚੌੜੀ ਸਟੇਟਮੈਂਟ, ਇੱਕ ਔਰ ਬੇਸ ਬਣਾ ਕੇ ਹਿਊਮੈਨਿਟੀ ਨੂੰ, ਹਿਊਮਨ ਰਾਈਟਸ ਨੂੰ, ਇਹ ਸਾਰੀ ਗੱਲ ਕਰਦਾ। ਨਾਓ ਠੀਕ ਹੈ, ਉਹ ਆਪਣੇ ਤਰੀਕੇ ਨਾਲ ਗੱਲ ਕਰ ਰਿਹਾ, ਪਰ ਗਾਜ਼ਾ ਦੇ ਵਿੱਚ ਉਹ ਜੋ ਕਰ ਰਿਹਾ ਹੈ ਉਹ ਵੀ ਤਾਂ ਇੱਕ ਤਰ੍ਹਾਂ ਦਾ ਟੈਰਰਿਜ਼ਮ ਹੀ ਆ। ਜਿਸ ਤਰ੍ਹਾਂ ਉਹਨਾਂ ਦੀ ਹਾਲਤ ਕੀਤੀ ਜਾ ਰਹੀ ਹੈ, ਲੋਕਾਂ ਨੂੰ ਇੱਕ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖ ਦਿੱਤਾ, ਨਾ ਪਾਣੀ, ਨਾ ਰੋਟੀ, ਨਾ ਮੈਡੀਕਲ ਫੈਸਿਲਿਟੀ, ਨਥਿੰਗ, ਜੋ ਹਿਊਮਨ ਲਾਈਫ ਦੀਆਂ ਐਗਜ਼ਿਸਟੈਂਸ ਦੀਆਂ ਬੇਸਿਕ ਨੀਡਸ ਨੇ ਆਫ ਕਰਕੇ ਰੱਖ ਦਿੱਤੀਆਂ ਨੇ, ਔਰ ਲੋਕ ਮਰ ਰਹੇ ਨੇ, ਔਰ ਕਹਿੰਦੇ ਨੇ ਕਿ ਹਸਪਤਾਲ ਵੀ ਸ਼ਟ ਡਾਊਨ ਕਰਨੇ ਪੈ ਜਾਣੇ ਨੇ, ਬੱਚੇ ਤੱਕ ਮਰ ਰਹੇ ਨੇ, 60% ਬੱਚੇ ਮਰੇ ਨੇ ਉਹਦੇ ਵਿੱਚ। ਸੋ ਇਹ ਸਭ, ਇਹ ਵੀ ਤਾਂ ਟੈਰਰਿਜ਼ਮ ਆ। ਨਾਓ ਯੂਐਨ ਕਿਉਂ ਨਹੀਂ ਕੁਝ ਕਰ ਪਾ ਰਿਹਾ? ਹੁਣ ਯੂਐਨ ਦਾ ਜਿਹੜੀ ਵੋਟਿੰਗ ਹੋਈ ਉਹਦੇ 'ਚ 3 ਕੈਟਾਗਰੀਜ਼ ਸੀ। ਕੁਝ ਲੋਕਾਂ ਨੇ ਜਿਨ੍ਹਾਂ ਨੇ ਸਾਥ ਦਿੱਤਾ, 14 ਕੰਟਰੀਜ਼ ਹੈ ਇਫ ਆਈ ਐਮ ਨਾਟ ਮਿਸਟੇਕਨ, ਕੁਝ ਕੰਟਰੀਜ਼ ਐਬਸਟੇਨ ਕਰ ਗਏ, ਠੀਕ ਹੈ, ਔਰ ਕੁਝ ਕੰਟਰੀਜ਼ ਨੇ ਇਹਨੂੰ ਯੈਸ ਕੀਤਾ। ਜਿਹੜੇ ਕੰਟਰੀਜ਼ ਐਬਸਟੇਨ ਕੀਤੀਆਂ, ਪਹਿਲੇ ਉਹਦੇ 'ਚ ਇੰਡੀਆ ਦਾ ਸਭ ਤੋਂ ਵੱਡਾ ਨਾਮ ਆਏਗਾ, ਠੀਕ ਹੈ, ਨਿਊਟਰਲ ਸਟੈਂਡ ਲੈ ਲਿਆ, ਔਰ ਇੱਦਾਂ ਲੱਗ ਰਿਹਾ ਕਿ ਜਿੱਦਾਂ ਇੰਡੀਆ ਆਪਣੇ ਨੌਨ ਅਲਾਈਨਮੈਂਟ ਦੀ ਜਿਹੜੀ ਪਾਲਿਸੀ ਹੈ ਉਹਦੀ ਜਿਹਨੂੰ ਕਹਿੰਦੇ ਨਾ ਫੇਜ਼ 2 ਦੇ ਵਿੱਚ ਹੈ, ਠੀਕ ਹੈ, ਕਿ ਅਸੀਂ ਨਿਊਟਰਲ ਰਹਿਣਾ। ਤੁਸੀਂ ਦੇਖੋ ਇੰਡੀਆ ਦਾ ਕੋਈ ਸਟੈਂਡ ਨਹੀਂ ਆ ਰਿਹਾ। ਅੱਛਾ, ਫਿਰ ਹੁਣ ਜਿਹੜੀ ਕੰਟਰੀਜ਼ ਜਿਨ੍ਹਾਂ ਨੇ ਮਨਾ ਕਰ ਦਿੱਤਾ ਉਹਨਾਂ 'ਚੋਂ ਸਭ ਤੋਂ ਪਹਿਲੇ ਜਿਹੜਾ ਨਾਮ ਆਉਂਦਾ ਅਮਰੀਕਾ ਦਾ ਆਉਂਦਾ, ਅਮਰੀਕਾ ਹੈ, ਕੁਰੇਸ਼ੀਆ ਹੈ, ਹੋਰ ਕੰਟਰੀਜ਼ ਹੈ, ਐਂਡ ਦੈਨ ਰੈਸਟ ਆਫ ਦੀ ਕੰਟਰੀਜ਼ ਜਿੰਨੀਆਂ ਵੀ ਉਹ ਚਾਹੁੰਦੇ ਕਿ ਯੈਸ ਸੀਜ਼ਫਾਇਰ ਹੋਣਾ ਚਾਹੀਦਾ ਹੈ। ਹੁਣ ਜਦੋਂ ਇਹ ਵਾਰ ਸ਼ੁਰੂ ਹੋਈ ਸੀਗੀ ਤੇ ਇੱਕ ਸਕਾਲਰ ਸੀਗੇ, ਉਹਨਾਂ ਨੇ ਕਿਹਾ ਸੀਗਾ ਕਿ ਇਹ ਇਹਨਾਂ ਦੀ ਸਟ੍ਰੈਟਜੀ ਹੈ ਟੈਰਰਿਸਟ ਦੀ, ਪਹਿਲੇ ਅਟੈਕ ਕਰ ਦਿਓ, ਬਾਅਦ 'ਚ ਫਿਰ ਇਹਨਾਂ ਨੇ ਗੁਹਾਰ ਜਦੋਂ ਆਉਣਾ ਨਾ ਇਜ਼ਰਾਈਲ ਦਾ ਵਾਰੀ ਜਦੋਂ ਆਉਣੀ ਹੈ ਤੇ ਇਹਨਾਂ ਨੇ ਗੁਹਾਰ ਲੈਣੀ, ਨਹੀਂ ਬਚਾ ਲਓ। ਉਹ ਚੀਜ਼ ਅੱਜ ਹੋ ਰਹੀ ਹੈ। ਨੰਬਰ 2, ਠੀਕ ਹੈ, ਗਾਜ਼ਾ ਵਿੱਚ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਹੈ, ਲੇਕਿਨ ਗਾਜ਼ਾ ਦੇ ਵਿੱਚ ਸਿਟੀ ਅੰਡਰ ਦੀ ਸਿਟੀ ਹੈ, ਇੰਨੀਆਂ ਕੁ ਉੱਥੇ ਟਨਲਸ ਅੰਦਰ ਬਣੀਆਂ ਹੋਈਆਂ, ਉਹ ਜਿਹੜੇ ਟਨਲਸ ਦੇ ਥਰੂ ਸਾਰੀ ਇਹਨਾਂ ਦੀ ਮੂਵਮੈਂਟ ਹੋਈ, ਜਿਹੜੇ ਹਮਾਸ ਵਾਲੇ ਐਂਟਰ ਕੀਤੇ। ਜਿਸ ਤਰ੍ਹਾਂ ਇਜ਼ਰਾਈਲ ਦੇ ਵਿੱਚ ਹਰ ਘਰ 'ਚ ਸ਼ੈਲਟਰ ਹੋਮ ਹੁੰਦਾ ਹੈ, ਠੀਕ ਹੈ, ਜਦੋਂ ਅੱਛਾ ਬਰਖਾ ਦੱਤ ਦੀ ਇੰਟਰਵਿਊ ਦੀ ਮੈਂ ਗੱਲ ਕੀਤੀ ਸੀ, ਬਰਖਾ ਦੱਤ ਨੇ ਆਪਣੀ ਇੰਟਰਵਿਊ 'ਚ ਕਿਹਾ
ਕਿ ਇਦਾਂ ਨਹੀਂ ਹੈ ਕਿ ਜਿਹੜਾ ਵਾਰ ਹੈ ਸਿਰਫ ਉਹ ਗਾਜ਼ਾ 'ਚ ਹੀ ਚੱਲ ਰਿਹਾ, ਠੀਕ ਹੈ। ਮਤਲਬ ਅਗਰ ਉਹ ਇਜ਼ਰਾਈਲ ਗਾਜ਼ਾ 'ਚ ਤੇ ਕਿਸੇ ਨੂੰ ਜਾਣਾ ਅਲਾਉਡ ਹੀ ਨਹੀਂ ਹੈ, ਨੋ ਰਿਪੋਰਟਰ ਇਜ਼ ਅਲਾਉਡ, ਤੇ ਇਜ਼ਰਾਈਲ ਤੋਂ ਹੀ ਉਹ ਸਾਰੇ ਆਪਣਾ ਆਪਰੇਸ਼ਨ ਕਰ ਰਿਹਾ, ਔਰ ਉੱਥੋਂ ਵੀ ਹੁਣ ਸਾਰੇ ਵਾਪਸ ਆ ਰਹੇ, ਮੁਸ਼ਕਿਲ ਹੋਇਆ ਪਿਆ। ਉੱਧਰੋਂ ਵੀ ਬਹੁਤ ਜ਼ਿਆਦਾ ਹਮਲੇ ਹੋ ਰਹੇ, ਹਮਲੇ ਦੋਨੋਂ ਪਾਸੇ ਹੋ ਰਹੇ, ਰਿਪੋਰਟਸ ਨਹੀਂ ਮਿਲ ਰਹੀਆਂ। ਔਰ ਕੱਲ ਤਾਂ ਇਹਨਾਂ ਨੇ ਇਜ਼ਰਾਈਲ ਵਾਲਿਆਂ ਨੇ ਕਿਹਾ ਵੀ ਹੈ, ਰੋਟੀਅਰਸ ਦੇ ਸੀਗੇ ਤੇ APH ਨਾਮ ਕੁਛ ਇੱਦਾਂ ਸੀਗੇ ਮੀਡੀਆ ਹਾਊਸਿਸ, ਜਿਨ੍ਹਾਂ ਨੂੰ ਕਿਹਾ ਕਿ ਤੁਸੀਂ ਪਲੀਜ਼ ਇੱਥੋਂ ਚੱਲ ਜਾਓ, ਵੀ ਕੈਨੋਟ ਗਾਰੰਟੀ ਯੋਰ ਸਿਕਿਉਰਿਟੀ। ਔਰ ਜੋ ਉੱਤੇ ਆਰਮੀ ਵੱਲੋਂ ਕੋਰਸਪੋਂਡੈਂਸ ਹੋ ਰਹੀ ਹੋਏਗੀ ਨਿਊਜ਼ ਦੀ, ਉਹ ਤਾਂ ਸੈਂਸਰ ਹੋ ਕੇ ਆਏਗੀ। ਉਹ ਤਾਂ ਸੈਂਸਰ ਹੋ, ਆਫ ਕੋਰਸ ਉਹ ਸੈਂਸਰ ਹੋ ਕੇ ਆਏਗੀ ਬੇਸਡ ਔਨ ਯੋਰ ਇੰਟਰਸਟ। ਬਟ ਨੁਕਸਾਨ ਜਿਹੜਾ ਦੇਖੋ ਉਹ ਇੱਕ ਆਮ ਜਨਤਾ ਦਾ ਹੋ ਰਿਹਾ, ਜਿਹਦਾ ਕੋਈ ਲੈਣਾ ਦੇਣਾ ਨਹੀਂ ਹੈ। ਸਿਰਫ ਉਹਨਾਂ ਦਾ ਲੈਣਾ ਦੇਣਾ ਇਹ ਹੈ ਕਿ ਇੱਕ ਪੈਲਸਟੀਨੀਅਨ ਹੈ ਕਿਉਂਕਿ ਉੱਥੇ ਪੈਦਾ ਹੋ ਗਏ, ਇੱਕ ਇਜ਼ਰਾਈਲੀ ਹੈ ਕਿਉਂਕਿ ਉੱਥੇ ਪੈਦਾ ਹੋ ਗਏ। ਮੈਂ ਵੀਡੀਓਜ਼ ਦੇਖੀਆਂ, ਹਾਂਜੀ, ਲੋਕ ਬੈਠੇ ਨੇ, ਇੱਕ ਬੰਦਾ ਬੈਠਾ ਆਪਣੇ ਬੱਚਿਆਂ ਦੇ ਖਿਡੌਣੇ ਰੱਖੇ ਹੋਏ ਨੇ ਉਹਨੇ, ਯੈਸ, ਬੱਚੇ ਮਰ ਚੁੱਕੇ ਨੇ, ਪਰਿਵਾਰ ਖਤਮ ਹੋ ਚੁੱਕਿਆ, ਉਹ ਬੱਚਿਆਂ ਦੇ ਖਿਡੌਣਿਆਂ ਨੂੰ ਦੇਖਦਾ ਪਿਆ। ਔਰ ਮੈਂ ਸਮਝ ਸਕਦਾ ਉਹਦੀਆਂ ਕੀ ਫੀਲਿੰਗਸ ਹੋਣਗੀਆਂ ਕਿ ਮੈਂ ਕੀ ਖੱਟਿਆ, ਮੈਂ ਤਾਂ ਕਿਸੇ ਗਰੁੱਪ ਨਾਲ ਨਹੀਂ, ਮੈਂ ਕਿਸੇ ਪੋਲਿਟਿਕਸ ਨਾਲ ਨਹੀਂ, ਇੱਕ ਆਮ ਇਨਸਾਨ, ਇੱਕ ਆਮ ਸੁਪਨਾ, ਇੱਕ ਛੋਟਾ ਜਿਹਾ ਪਰਿਵਾਰ, ਆਪਣੇ ਪਰਿਵਾਰ ਦੇ ਨਾਲ ਖੁਸ਼, ਆਪਣੇ ਪਰਿਵਾਰ ਨੂੰ ਪਾਲਦਾ ਹਾਂ। ਸਡਨਲੀ ਮੇਰੇ ਘਰ ਦੇ ਉੱਤੇ ਬੰਬ ਡਿੱਗਦਾ, ਮੇਰਾ ਪਰਿਵਾਰ ਮਰ ਗਿਆ, ਮੇਰੇ ਬੱਚੇ ਮਰ ਗਏ, ਮੈਂ ਉਹਨਾਂ ਦੇ ਖਿਡੌਣੇ ਲੈ ਕੇ ਬੈਠਾ ਹੋਇਆ। ਵਾਟਸ ਮਾਈ ਲਾਈਫ, ਵਾਟਸ ਮਾਈ ਫਿਊਚਰ, ਖਤਮ। ਯੈਸ, ਅੱਛਾ ਤੁਸੀਂ ਗੱਲ ਕਰ ਰਹੇ ਸੀਗੇ ਕਿ UN ਸਿਕਿਉਰਿਟੀ ਰੈਜ਼ੋਲੂਸ਼ਨ ਜਿਹੜਾ ਪਾਸ ਹੋਇਆ, ਇਹਦੇ ਵੀ ਸਾਨੂੰ ਥੋੜੀ ਜਿਹੀ ਟੈਕਨੀਕੈਲਿਟੀ ਸਮਝਣੀ ਹੋਏਗੀ। ਜਦੋਂ UN 'ਚ ਰੈਜ਼ੋਲੂਸ਼ਨ ਪਾਸ ਹੁੰਦਾ ਉਹ ਬਾਈਂਡਿੰਗ ਨਹੀਂ ਹੁੰਦਾ, ਠੀਕ ਹੈ, ਬਟ ਜਦੋਂ ਸਿਕਿਉਰਿਟੀ ਕਾਊਂਸਲ ਵਾਲੇ ਪਾਸ ਕਰਦੇ ਉਹ ਬਾਈਂਡਿੰਗ ਹੁੰਦਾ। ਨਾਓ ਇੱਥੇ ਤੁਸੀਂ ਕਹਿੰਦੇ UN ਨੂੰ ਕਰ ਕੀ ਰਿਹਾ, ਮੈਂ ਉਹਦਾ ਜਵਾਬ ਦੇਣਾ ਚਾਹੂੰਗੀ ਕਿ UN ਨੂੰ ਸਿਰਫ ਇੱਕ ਮਖੌਟਾ ਹੈ, ਲੇਕਿਨ ਜਿਹੜੀ ਅਸਲੀ ਪਾਵਰ ਹੈ ਡੈਟ ਇਜ਼ ਵਿਦ ਸਿਕਿਉਰਿਟੀ ਕਾਊਂਸਲ, ਜਿਹੜੀ ਇਹ 5 ਦੇਸ਼ਾਂ ਨੇ ਆਪਣੇ ਜੇਬ 'ਚ ਪਾ ਕੇ ਰੱਖੀ ਹੋਈ। UNSC, ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕਾਊਂਸਲ, ਸ਼ੋਰ, ਕਿਉਂਕਿ ਇਹਨਾਂ ਨੇ ਜੇ ਇੱਕ ਵਾਰੀ ਫੈਸਲਾ ਲੈ ਲਿਆ ਉਹ ਬਾਈਂਡਿੰਗ ਹੈ, ਉਹ ਤੁਹਾਨੂੰ ਬਾਈਂਡਿੰਗ ਹੈ, ਔਰ ਉਹ ਵਿਦਿਨ ਸਟਿਪੂਲੇਟਡ ਟਾਈਮ ਪੀਰੀਅਡ ਤੁਹਾਨੂੰ ਉਹ ਕਰਨਾ ਪੈਣਾ। ਅੱਛਾ ਤੁਸੀਂ ਦੇਖੋ ਨਾ ਕਿੰਨਾ ਵੱਡਾ ਮਜ਼ਾਕ ਹੈ, UN ਜਨਰਲ ਅਸੈਂਬਲੀ 'ਚ ਪੂਰਾ ਵਰਲਡ ਬੈਠਾ ਹੋਇਆ ਹੈ, ਅਪਰੋਕਸੀਮੇਟਲੀ 200 ਦੇ ਕਰੀਬ ਦੇਸ਼ ਬੈਠੇ, ਉਹਨਾਂ ਦੀ ਕੋਈ ਸੇ ਨਹੀਂ, ਲੇਕਿਨ ਇਹ 5 ਜਾਣਿਆਂ ਦੀ ਸੇ ਹੈ। ਇੱਥੇ ਹੀ ਇਕੁਐਲਿਟੀ ਨਹੀਂ ਹੈ, ਦੇ ਆਰ ਓਨਲੀ, ਇਹਦਾ ਮਤਲਬ ਫਿਰ ਇਹੀ ਸਾਰਾ ਕੁਝ ਡਿਸਾਈਡ ਕਰ ਰਹੇ, ਇਹੀ ਸਾਰਾ ਰੀਰਾਈਟ ਕਰ ਰਹੇ, ਦੇ ਆਰ ਦ ਗੇਮ ਪਲੇਅਰਸ। ਯੈਸ, ਕਿਉਂਕਿ ਉਹ ਆਪਣੇ ਇੰਟਰਸਟ ਦੇ ਵਿੱਚ ਆਪਣੀ ਵੀਟੋ ਪਾਵਰ, ਦਿਸ ਇਜ਼ ਆਲ ਆਰਟੀਫੀਸ਼ੀਅਲ ਵਾਰ, ਇਹ ਸਾਰਾ ਆਈ ਮੀਨ ਸਾਰੀ ਕ੍ਰੀਏਸ਼ਨ, ਔਰ ਇਹ ਵੀਟੋ ਪਾਵਰ ਦਾ ਇਸਤੇਮਾਲ ਆਪਣੇ ਇੰਟਰਸਟ ਕਰਦੇ ਨੇ। ਸੋ ਆਪਾਂ ਨੂੰ ਬਿਹਾਈਂਡ ਦਾ ਗੇਮ ਕੌਣ ਨੇ ਕਲੀਅਰ ਹੋ ਰਿਹਾ। ਸੋ ਇਹਦੇ ਵਿੱਚ ਇੱਕ ਆਉਂਦਾ ਕਿ ਸਟ੍ਰੈਟਜੀ ਕੀ ਬਣੀ, ਕਿਉਂਕਿ ਇੱਕ ਥੋੜੀ ਜੀ ਨਿਊਜ਼ ਵੀ ਆਈ ਸੀ ਇੰਡੀਆ ਨੇ ਵੀ ਵੈਪਨਸ ਖਰੀਦੇ ਨੇ। ਹੁਣ ਇੰਡੀਆ ਵੈਪਨਸ ਦਾ ਕੀ ਕਰੇਗਾ, ਕਿਉਂਕਿ ਸਾਡੀ ਫੋਰਨ ਪੋਲਿਸੀ ਤਾਂ ਹਮੇਸ਼ਾ ਹੀ ਰਹੀ ਆ ਕਿ ਸਲੋ ਐਂਡ ਸਟੱਡੀ ਵਿਨਸ ਦ ਰੇਸ, ਮਸਤ ਹਾਥੀ ਆਪਣੀ ਚਾਲ। ਸੋ ਇੰਡੀਆ ਵੈਪਨ ਪਰਚੇਜ਼ ਕਰ ਰਿਹਾ। ਸੋ ਇਹ ਗੇਮ ਸਟ੍ਰੈਟਜੀ ਕੀ, ਕਿਉਂਕਿ ਸਾਨੂੰ ਇਹ ਗੱਲ ਤਾਂ ਸਮਝ ਆ ਸਕਦੀ ਹੈ ਕਿ ਇੰਡੀਆ ਡਾਇਰੈਕਟਲੀ ਇਨਵੋਲਵ ਨਹੀਂ ਹੋ ਸਕਦਾ। ਦੇਖੋ ਇੱਦਾਂ ਹੈ ਕਿ ਜਦੋਂ ਬਹੁਤ ਸਾਰੀਆਂ ਟੈਕਨੋਲੋਜੀਜ਼ ਆ ਗਈਆਂ ਸੀ, ਖਾਸ ਕਰ ਸਾਈਬਰ ਵਾਰ, ਹੈ ਨਾ, ਕ੍ਰਿਪਟੋ ਕਰੰਸੀ, ਇਹ ਸਾਰੀਆਂ ਚੀਜ਼, ਆਰਟੀਫਿਸ਼ੀਅਲ ਇੰਟੈਲੀਜੈਂਸ, ਤੇ ਸਾਰਾ ਧਿਆਨ ਦੁਨੀਆ ਇਹ ਪ੍ਰੋਜੈਕਟ ਕੀਤਾ ਗਿਆ। ਹੁਣ ਤਾਂ ਮੈਂ ਇਹ ਕਹੂੰਗੀ ਸਾਰੇ ਐਕਸਪਰਟਸ ਨੂੰ ਵੀ ਇਹ ਕਹਿ ਦਿੱਤਾ ਗਿਆ ਕਿ ਜੀ ਹੁਣ ਤਾਂ ਵਾਰ 1-2 ਦਿਨ 'ਚ ਖਤਮ ਹੋ ਜਾਣੀ ਹੈ। ਔਰ ਜਦੋਂ ਰਸ਼ੀਆ ਯੂਕਰੇਨ ਦਾ ਵਾਰ ਹੋਇਆ ਸਾਡੇ ਸਾਹਮਣੇ ਆ ਗਿਆ। ਹੁਣ ਜਿਹੜਾ ਹਮਾਸ ਨੇ ਅਟੈਕ ਕੀਤਾ ਉਹ ਵੀ ਇਜ਼ਰਾਈਲ ਵਰਗੇ ਮੁਲਕ ਤੇ ਵਿਚ ਇਜ਼ ਨੋਨ ਫॉर ਆਇਰਨ ਡਰੋਨ, ਹੈ ਨਾ, ਆਇਰਨ ਡੋਮ ਜਿਹੜੀ ਆ ਉਹ ਨਹੀਂ ਪ੍ਰੋਟੈਕਟ ਕਰ ਪਾਈ। ਤੇ ਹੁਣ ਜਿਹੜੇ ਸਾਰੇ ਦੇਸ਼ ਹੈ ਨਾ, ਉਹਨਾਂ ਨੇ ਆਪਣੀ ਸਟ੍ਰੈਟੇਜਿਕ ਕੈਲਕੂਲੇਸ਼ਨਸ ਨੂੰ ਦੁਬਾਰਾ ਕਰਨਾ ਸ਼ੁਰੂ ਕਰਤਾ ਹੈ। ਮੈਂ ਬਿਕੋਜ਼ ਆਈ ਬਿਲੋਂਗ ਟੂ ਇੰਡੀਆ, ਮੈਂ ਇੱਥੇ ਇੰਡੀਆ ਦਾ ਐਗਜ਼ਾਮਪਲ ਦੂੰਗੀ। ਹੁਣ ਪਿੱਛੇ ਜਿਹੀ ਕੱਲ੍ਹ ਪਰਸੋਂ ਦੀ ਨਿਊਜ਼ ਸੀਗੀ ਕਿ ਇੰਡੀਆ ਇਜ਼ ਪਲੈਨਿੰਗ ਟੂ ਬਾਏ ਜੈਟ ਕੈਰੀਅਰ ਫਰੋਮ ਫਰਾਂਸ, ਠੀਕ ਹੈ। ਹੁਣ ਫਰਾਂਸ ਦੇ ਨਾਲ ਇੰਡੀਆ ਦੀ ਬਹੁਤ ਸਟਰੋਂਗ ਡੀਲ ਹੋ ਰਹੀ, ਬੜੀ ਫਰੈਂਡਲੀ ਹੋ ਰਹੇ ਹੈ, ਠੀਕ ਹੈ। ਵਾਈ? ਕਿਉਂਕਿ 2018 'ਚ ਜਿਹੜਾ ਅਮਰੀਕਾ ਨੇ ਪੂਰੀ ਦੁਨੀਆ ਲਈ ਏਸ਼ੀਆ ਪੈਸੀਫਿਕ ਨੂੰ ਇੱਕ ਸੈਂਟਰ ਬਣਾਤਾ ਸੀਗਾ ਕਿ ਹੁਣ ਅਸੀਂ ਸਾਰਾ ਜਿਹੜਾ ਜ਼ੋਰ ਹੈ ਪੈਸੀਫਿਕ ਓਸ਼ਨ 'ਚ ਅਸੀਂ ਲਾਣਾ। ਅਤੇ ਜਦੋਂ ਉਹਦੀ ਡਾਕਟਰਿਨ ਬਣਾਈ ਗਈ, ਯੂਰਪ ਵਾਜ਼ ਇਗਨੋਰਡ ਐਂਡ ਫਰਾਂਸ ਫੈਲਟ ਬੈਡ ਅਬਾਊਟ ਇਟ। ਫਿਰ ਫਰਾਂਸ ਇਜ਼ ਦੀ ਓਨਲੀ ਵਨ ਕੰਟਰੀ ਵਿਚ ਕੈਨ ਰਿਪਲੇਸ ਦੀ ਰੋਲ ਆਫ USA ਇਨ ਯੂਰਪ, ਠੀਕ ਹੈ। ਅਤੇ ਇਹਨਾਂ ਦੋਨਾਂ ਦੀ ਆਪਸ 'ਚ, ਔਰ ਉੱਧਰੋਂ ਇੰਡੀਆ ਨੂੰ ਵੀ ਲੋੜ ਹੈ, ਅਤੇ ਇੰਡੀਆ ਅਤੇ ਫਰਾਂਸ ਦਾ ਇੱਕ ਤਾਂ ਇਹ ਰੀਜ਼ਨ ਹੈ।
ਦੂਸਰਾ ਕੱਲ ਦੀ ਹੀ ਖਬਰ ਹੈ ਕਿ ਜਿੰਨੇ ਵੀ ਇੰਡੀਆ ਦੇ ਬਾਰਡਰਸ ਹੈ ਉੱਤੇ ਸਾਰੇ ਇਹਨਾਂ ਨੇ ਡਰੋਨ ਸਰਵੇਲੈਂਸ ਸਿਸਟਮ ਦੇ ਆਰ ਪਲੈਨਿੰਗ, ਔਰ ਇਹਨੂੰ 18 ਮਹੀਨੇ ਲੱਗ ਜਾਣਗੇ ਵੈਸੇ, ਕਿਉਂਕਿ ਡਰੋਨ ਜਿਹੜਾ ਸਰਵੇਲੈਂਸ ਹੈ, ਸਾਡਾ ਮੇਨ ਐਨੇਮੀ ਕੌਣ ਹੈ? ਚਾਈਨਾ ਐਂਡ ਪਾਕਿਸਤਾਨ। ਦੇਖੋ ਦੇਖੀ ਅਸੀਂ ਵੀ ਡਰੇ ਹੋਏ ਹਾਂ, ਐਂਡ ਦੇਅਰ ਇਜ਼ ਅ ਚੇਂਜ ਇਨ ਦੀ ਸਟ੍ਰੈਟਜੀ। ਪਹਿਲੇ ਟ੍ਰੈਡੀਸ਼ਨਲ ਵਾਰਫੇਅਰ ਆਊਟਡੇਟਡ ਹੋ ਗਿਆ ਸੀਗਾ ਕਿ ਬਾਰਡਰਾਂ 'ਤੇ ਲੜਾਈ ਨਹੀਂ ਹੋਣੀ, ਜਿਹੜੀ ਲੜਾਈ ਹੋਣੀ ਸਾਰੀ ਟੈਕਨੋਲੋਜੀ ਨਾਲ ਹੋਣੀ ਹੈ। ਲੇਕਿਨ ਉਹ ਜਿਹੜਾ ਟ੍ਰੈਡੀਸ਼ਨਲ ਵਾਰਫੇਅਰ ਹੈ ਉਹ ਇੱਕ ਵਾਰੀ ਫਿਰ ਰੈਲੇਵੈਂਟ ਹੋ ਗਿਆ। ਕਿਉਂਕਿ ਉਹ ਰੈਲੇਵੈਂਟ ਹੋ ਗਿਆ ਤੇ ਹੁਣ ਫਿਰ ਉਹ ਡਿਫੈਂਸ ਦੀ ਇੰਡਸਟਰੀ ਜ਼ਿਆਦਾ ਚੱਲੇਗੀ। ਮਤਲਬ ਹੁਣ ਡਰੋਨ ਪਰਚੇਜ਼ਸ ਜਦੋਂ ਹੋਣਗੇ, ਜਦੋਂ ਖਰੀਦਾਂਗੇ, ਉਹ ਪੈਸਾ ਤੇ ਕੀ ਲਵੋਗੇ ਅਸੀਂ। ਐਗਜ਼ੈਕਟਲੀ। ਔਰ ਇਹ ਚੀਜ਼ਾਂ ਜ਼ਰੂਰੀ ਵੀ ਨੇ ਕਿਉਂਕਿ ਕੁਝ ਏਰੀਆ ਐਸੇ ਨੇ ਜਿੱਥੇ ਮੈਨੂਅਲੀ ਤੁਸੀਂ ਨਹੀਂ ਪਹੁੰਚ ਸਕਦੇ, ਉੱਥੇ ਡਰੋਨ ਜ਼ਰੂਰੀ ਨੇ ਕਿਉਂਕਿ ਉੱਥੇ ਬਰਫ਼ ਜੰਮੀ ਹੋਈ ਹੈ ਜਾਂ ਇੱਦਾਂ ਦੀਆਂ ਇਨਹਿਊਮਨ ਕੰਡੀਸ਼ਨਸ ਨੇ, ਯੂ ਕੈਨ ਨਾਟ ਸਰਵਾਈਵ ਓਵਰ ਦੇਅਰ, ਇਸ ਕਰਕੇ ਤੁਹਾਨੂੰ ਡਰੋਨ ਚਾਹੀਦੇ ਨੇ। ਸੋ ਇਹਦੇ ਵਿੱਚ ਗੱਲ ਇਹ ਹੈ ਕਿਉਂਕਿ ਗਰਾਊਂਡ ਬੈਟਲ ਦੀ ਹਮੇਸ਼ਾ ਇੰਪੋਰਟੈਂਸ ਰਹੇਗੀ ਕਿਉਂਕਿ ਏਰੀਆ ਕਿੱਦਾਂ ਕੈਪਚਰ ਕਰੋਗੇ। ਤੁਸੀਂ ਟੈਕਨੋਲੋਜੀ ਦੇ ਨਾਲ ਬੰਬਾਰਮੈਂਟ ਕਰ ਸਕਦੇ ਹੋ ਬਟ ਏਰੀਆ ਆਕੂਪਾਈ ਕਰਨ ਵਾਸਤੇ ਤੁਹਾਨੂੰ ਗਰਾਊਂਡ ਜਿਹੜੀ ਗਰਾਊਂਡ ਫੋਰਸ ਹੈ ਉਹਦੀ ਰੈਲੇਵੈਂਸ ਇੱਕ ਵਾਰੀ ਫਿਰ ਦੁਬਾਰਾ ਆ ਗਈ ਹੈ। ਅੱਛਾ ਤੁਸੀਂ ਦੇਖੋ ਸਾਰੇ ਮੀਡੀਆ ਵਾਲਿਆਂ ਨੇ ਇਹੀ ਸਟੋਰੀ ਚਲਾਈ ਕਿ ਇਜ਼ਰਾਈਲ ਵਿਲ ਨੈਵਰ ਐਂਟਰ ਗਾਜ਼ਾ, ਇਹੀ ਸਟੋਰੀ ਚੱਲੀ ਨਾ, ਤੇ ਉਹ ਇੰਨੇ ਦਿਨ ਮਤਲਬ ਚਲੋ ਬੰਬਾਰਡਮੈਂਟ ਚੱਲਦੀ ਰਹੀ ਬਟ ਫਾਈਨਲੀ ਥੋੜਾ ਬਹੁਤਾ ਸ਼ੁਰੂਆਤ ਹੋ ਗਈ ਹੈ। ਮੇਰੇ ਕੋਲ ਐਗਜ਼ੈਕਟ ਇਹਦੀ ਡਿਟੇਲ ਨਹੀਂ ਹੈ, ਆਈ ਡੋਂਟ ਹੈਵ ਦੀ ਪ੍ਰੂਫ, ਬਟ ਦਿਸ ਇਜ਼ ਵਾਟ ਇਜ਼ ਬੀਇੰਗ ਸੈਡ। ਸੋ ਇਹਦੇ 'ਚ ਹੁਣ ਦੋ ਪੁਆਇੰਟ ਆਫ ਵਿਊ ਨੇ, ਤੀਸਰੇ ਤੇ ਆਪਾਂ ਫਿਰ ਆਉਂਦੇ ਹਾਂ। ਟਰਾਈਐਂਗਲ ਬਣਾਉਣਾ ਜ਼ਰੂਰੀ ਵੀ ਹੈ। ਅਮਰੀਕਨ ਪੁਆਇੰਟ ਆਫ ਵਿਊ ਆਪਾਂ ਨੂੰ ਕਲੀਅਰ ਹੋ ਗਿਆ। ਹਾਂਜੀ, ਈਰਾਨ ਦਾ ਕੀ ਪੁਆਇੰਟ ਆਫ ਵਿਊ ਹੈ? ਉਹ ਕੁਝ ਨਹੀਂ ਕਹਿ ਰਿਹਾ, ਕੋਈ ਕਲੈਰੀਫਿਕੇਸ਼ਨ ਨਹੀਂ, ਉਹਦੇ ਉੱਤੇ ਇਲਜ਼ਾਮਾਤ ਲੱਗ ਰਹੇ ਨੇ ਇਨਡਾਇਰੈਕਟਲੀ। ਯੈਸ, ਬੜਾ ਟਫ ਕੁਐਸਚਨ ਹੈ ਤੁਸੀਂ ਮੈਨੂੰ ਪੁੱਛਿਆ। ਹੁਣ ਇੱਥੇ ਈਰਾਨ ਜਿਹੜਾ ਹੈ ਨੈਚੁਰਲੀ ਅਗਰ ਇਸ ਖਿੱਤੇ 'ਚ ਕੋਈ ਪ੍ਰੋਬਲਮ ਵਾਲਾ ਜਿਹੜਾ ਕੰਟਰੀ ਹੈ ਦੈਟ ਇਜ਼ ਓਨਲੀ ਈਰਾਨ। ਗੱਲ ਫਿਰ ਲੈ ਦੇ ਕੇ ਇਕਨੋਮਿਕ ਕੰਟਰੋਲ ਦੀ ਹੈ, ਇਕਨੋਮਿਕਸ ਹੈ, ਜਿਹੜੀ ਪੋਰਟ ਜਿਹੜਾ ਸੀ ਰੂਟ ਹੈ ਉਹ ਵੀ ਹੈ ਔਰ ਇੱਕ ਰਿਲੀਜਨ ਐਂਗਲ ਵੀ ਹੈ। ਹੁਣ ਰਿਲੀਜਨ ਐਂਗਲ ਇਜ਼ ਦੀ ਬਾਈਂਡਿੰਗ ਫੋਰਸ ਵੈਦਰ ਵੀ ਐਕਸੈਪਟ ਇਟ ਔਰ ਨੋਟ। ਇਹ ਇੱਕ ਬਹੁਤ ਵੱਡੀ ਰਿਐਲਿਟੀ ਜਿਹੜੀ ਸਾਨੂੰ ਐਕਸੈਪਟ ਕਰਨੀ ਪੈਣੀ ਹੈ। ਬਟ ਦੀ ਓਵਰ ਯੂਜ਼ ਆਫ ਰਿਲੀਜੀਅਨ ਜਾਂ ਜੇ ਅਸੀਂ ਕਹੀਏ ਸਿਰਫ ਰਿਲੀਜਨ ਇਜ਼ ਦੀ ਓਨਲੀ ਕਾਜ਼ ਤੇ ਨਹੀਂ। ਹੁਣ ਤੁਸੀਂ ਦੇਖੋ ਜਦੋਂ ਹੁਣ ਦੇਖੋ ਇੱਕ ਬੜੀ ਮਜ਼ੇਦਾਰ ਦੀ ਗੱਲ ਹੈ, ਜਦੋਂ 9/11 ਅਟੈਕ ਹੋਇਆ ਤੇ ਉਹਦੇ 'ਚ 15 ਬੰਦਿਆਂ 'ਚੋਂ ਅਰਾਊਂਡ ਮੇਰੇ ਖਿਆਲ 10-11 ਸਾਊਦੀ ਦੇ ਸੀਗੇ, ਬਾਕੀ ਦੂਸਰੀ ਕੰਟਰੀਜ਼ ਦੇ ਸੀਗੇ। ਇਹਨਾਂ ਨੇ ਇਰਾਕ ਨੂੰ ਫੜ ਲਿਆ, ਉੱਥੇ ਕਹਿ ਦਿੱਤਾ ਜੀ ਵੈਪਨ ਆਫ ਮਾਸ ਡਿਸਟਰਕਸ਼ਨ ਹੈ, ਉਹਨੂੰ ਸਦਾਮ ਹੁਸੈਨ ਨੂੰ ਫਾਂਸੀ ਵੀ ਦਿੱਤੀ, ਉਹਨੂੰ ਖਤਮ ਕਰਕੇ ਰੱਖ ਦਿੱਤਾ। ਬਟ ਇਹਨਾਂ ਦੀ ਆਪਸ 'ਚ ਆਪਣੀ ਅੰਡਰਸਟੈਂਡਿੰਗ ਹੋਏਗੀ। ਐਕਚੁਅਲੀ ਤਾਂ ਉਹ ਜਿਹੜੇ ਟੈਰਰਿਸਟ ਹੈ ਦੇ ਵਰ ਫਰਮ ਸਾਊਦੀ ਅਰੇਬੀਆ, ਬਟ ਸਾਊਦੀ ਅਰੇਬੀਆ ਨੂੰ ਤਾਂ ਦੇਖੋ ਤੁਸੀਂ ਤੇ USA ਤੇ ਸਾਊਦੀ ਅਰੇਬੀਆ ਦੇ ਜਿਹੜੇ ਰਿਸ਼ਤੇ ਹੈ ਉਹ ਅੱਛੇ ਹੈ। ਔਰ ਹੁਣ ਵਿੱਚ ਈਰਾਨ ਨੈਚੁਰਲੀ ਆਪਣੀ ਨਿਊਕਲੀਅਰ ਜਿਹੜੀ ਪ੍ਰੋਕਿਉਰਮੈਂਟ ਕਰ ਰਿਹਾ, ਦੈਟ ਇਜ਼ ਦੀ ਆਈਸੋਰ ਫॉर ਅਮਰੀਕਾ। ਈਰਾਨ ਅਮਰੀਕਾ ਦੀਆਂ ਅੱਖਾਂ 'ਚ ਕਿਉਂ ਰੜਕਦਾ ਹੈ, ਕਿਉਂ ਅੱਖਾਂ ਦੀ ਕਿਰਕਰੀ ਬਣੀ? ਈਰਾਨ ਦੀ ਇਹੀ ਨਿਊਕਲੀਅਰ ਪਾਵਰ ਦੀ ਪ੍ਰੋਬਲਮ ਹੈ ਨਾ, ਨਿਊਕਲੀਅਰ ਪਾਵਰ ਨੂੰ ਐਕਵਾਇਰ ਕਰਨਾ ਚਾਹੁੰਦਾ। ਓਕੇ। ਐਂਡ ਚਾਈਨਾ ਨੂੰ ਇਹਦੇ 'ਚ ਮਜ਼ਾ ਆ ਰਿਹਾ, ਰਸ਼ੀਆ ਨੂੰ ਵੀ ਮਜ਼ਾ ਆ ਰਿਹਾ। ਓਕੇ, ਮਤਲਬ ਆਪਣਾ ਮਜ਼ਾ ਲੈ ਰਹੇ ਨੇ ਔਰ ਪਬਲਿਕ ਮਰ ਰਹੀ ਹੈ। ਚਾਹੇ ਤੁਸੀਂ ਇਹਨੂੰ ਈਗੋਇਸਟਿਕਲ ਫਾਈਟ ਕਹਿ ਲਓ, ਹੈ ਇਹਨਾਂ ਦੀ ਈਗੋ ਦੀ ਕਲੈਸ਼ਿਸ ਹੈ, ਸਿਵਲਾਈਜੇਸ਼ਨਲ ਕਲੈਸ਼ਿਸ ਵੀ ਹੈ। ਜਿੱਦਾਂ ਕਿ ਹਟਿੰਗਟਨ ਨੇ ਕਿਹਾ ਸੀਗਾ, ਪ੍ਰਿਡਿਕਟ ਕੀਤਾ ਸੀਗਾ ਕਿ ਦੁਨੀਆ ਇੱਕ ਵਾਰੀ ਫੇਰ ਐਜ਼ ਅ ਕ੍ਰਿਸਚੀਅਨ, ਐਜ਼ ਅ ਜੂਇਸ਼, ਐਜ਼ ਅ ਮੁਸਲਿਮ, ਐਜ਼ ਅ ਹਿੰਦੂਇਜ਼, ਹੈ ਨਾ। ਹੁਣ ਤੁਸੀਂ ਦੇਖੋ ਕੇਰਲਾ, ਇੰਡੀਆ ਦੀ ਕੇਰਲਾ ਦੇ ਸਟੇਟ ਵਿੱਚ ਇੱਕ ਵਰਚੁਅਲ ਰੈਲੀ ਵੀ ਹੋਈ ਜਿਹਦੇ ਵਿੱਚ ਹਮਾਸ ਦਾ ਜਿਹੜਾ ਐਕਸ ਲੀਡਰ ਸੀ, ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਮੈਂ ਇੱਥੇ ਨਾਮ ਭੁੱਲਦੀ ਪਈ ਹਾਂ, ਉਹਨੂੰ ਵਰਚੁਅਲੀ ਇਨਵਾਈਟ ਕੀਤਾ ਗਿਆ ਔਰ ਉਸ ਬੰਦੇ ਨੇ ਸਟੇਟਮੈਂਟ ਦਿੱਤੀ ਕਿ ਹਿੰਦੂਤਵ ਨੂੰ ਖਤਮ ਕਰਨਾ ਚਾਹੀਦਾ ਹੈ। ਹੁਣ ਯੈਸ, ਇਹ ਕੱਲ੍ਹ ਪਰਸੋਂ ਦਾ ਹੀ ਇਹ ਨਿਊਜ਼ ਹੈ ਇਹਦੇ 'ਚ। ਹੁਣ ਆਈ ਡੋਂਟ ਨੋ ਐਗਜ਼ੈਕਟਲੀ ਦ ਨੇਮ ਆਫ ਦੈਟ ਪਰਸਨ। ਹੁਣ ਪ੍ਰੋਬਲਮ ਜਿਹੜੀ ਚੱਲਦੀ ਪਈ ਹੈ ਇਜ਼ਰਾਈਲ ਤੇ ਪੈਲਸਟੀਨੀਅਨ ਚੱਲਦੀ ਪਈ ਹੈ, ਵਿੱਚ ਹਿੰਦੂਤਵ ਦਾ ਕਿੱਥੋਂ ਤੁਸੀਂ ਲੈ ਆਏ? ਠੀਕ ਹੈ। ਤੇ ਇਹ ਜਿਹੜੀ ਕਲੈਸ਼ ਆਫ ਸਿਵਲਾਈਜੇਸ਼ਨ ਹੈ ਨਾ, ਇਹ ਸਿਵਲਾਈਜੇਸ਼ਨਲ ਕਲੈਸ਼ ਦੇ ਨਾਮ 'ਤੇ ਉਹਦਾ ਯੂਜ਼ ਕਰਕੇ ਆਪਣੇ ਇਕਨੋਮਿਕ ਜਿਹੜੇ ਹੈ ਨਾ ਇੰਟਰਸਟ ਉਹ ਪੂਰੇ ਕੀਤੇ ਜਾ ਰਹੇ। ਦੇ ਆਰ ਪਲੇਇੰਗ ਬਿਲੋ ਦ ਬੈਲਟ। ਯੈਸ। और कोई एथिक्स नहीं, कोई मॉरल्स नहीं, कुछ नहीं है और कोई करैक्टर नहीं है। सिविलाइजेशन कहना तो बिल्कुल अजीब ही लगेगा क्योंकि सिविलाइजेशन ना एक तरह का उत्ते
ਇੱਕ ਪੋਸ਼ਾਕ ਪਾਈ ਹੋਈ ਹੈ, ਅੰਦਰ ਜਾਨਵਰ ਹੀ ਨਹੀਂ ਹੈ। ਮੇਰੀ ਗੱਲ ਸੁਣੋ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੀ ਇਮੀਗ੍ਰੇਸ਼ਨ, ਮਾਈਗ੍ਰੇਸ਼ਨ, ਗਲੋਬਲਾਈਜੇਸ਼ਨ, ਗਲੋਬਲ ਵਿਲੇਜ, ਔਰ ਹੁਣ ਕੋਈ ਵੀ ਸਟੇਟ ਜਾਂ ਇਲਾਕਾ ਐਸਾ ਨਹੀਂ ਹੈ ਜਿੱਥੇ ਪਿਓਰਲੀ ਨਾ ਇੱਕੋ ਹੀ ਤਰ੍ਹਾਂ ਦੇ ਲੋਕ ਹੋਣ। ਮਲਟੀਕਲਚਰਲਿਜ਼ਮ ਹੈ, ਬਿਲਕੁਲ ਹੈ। ਮਲਟੀਕਲਚਰਲਿਜ਼ਮ ਹੈ, ਤਾਂ ਤੁਸੀਂ ਇੱਥੇ ਸਿਵਲਾਈਜੇਸ਼ਨਲ ਔਰ ਲੋਕ ਆਪਸ 'ਚ ਰਹਿਣਾ ਸਿੱਖ ਗਏ ਨੇ, ਐਸੀ ਗੱਲ ਨਹੀਂ ਹੈ। ਲੋਕਾਂ ਦੇਖੋ, ਲੋਕਾਂ ਦੀ ਪ੍ਰੋਬਲਮ ਨਹੀਂ ਹੈ, ਲੋਕਾਂ 'ਚ ਬਹੁਤ ਪਿਆਰ ਮੁਹੱਬਤ ਹੈ, ਬਿਲਕੁਲ ਇਹ ਨਹੀਂ ਰਹਿਣ ਦੇਣਾ ਚਾਹੁੰਦੇ। ਗੱਲ ਇਹ ਹੈ ਕਿ ਸਿਵਲਾਈਜੇਸ਼ਨ ਦਾ ਜਿਹੜਾ ਸ਼ਬਦ ਹੈ ਨਾ, ਇਹ ਬੜਾ ਖਤਰਨਾਕ ਹੈ। ਸੋਸ਼ਲ ਸਾਇੰਟਿਸਟ ਕਹਿੰਦੇ ਨੇ ਇੱਕ ਤਰ੍ਹਾਂ ਦਾ ਨਾ ਇੱਕ ਪੋਸ਼ਾਕ ਪਾਈ ਹੋਈ ਹੈ, ਅੰਦਰ ਐਨੀਮਲ ਹੀ ਹੈ, ਅੰਦਰ ਐਨੀਮਲ। ਔਰ ਜਦੋਂ ਸਿਚੁਏਸ਼ਨਸ ਪੈਦਾ ਹੋ ਜਾਂਦੀਆਂ ਨੇ ਖਤਰਨਾਕ, ਤਾਂ ਇਹ ਸਿਵਲਾਈਜ਼ਡ ਲੋਕ ਇੱਕ ਦੂਜੇ ਨੂੰ ਖਾ ਜਾਂਦੇ ਨੇ, ਔਰ ਇਹੀ ਅੱਜ ਤੱਕ ਜਿਹੜੀਆਂ ਇੰਨੀਆਂ ਸੱਭਿਅਤਾਵਾਂ ਖਤਮ ਹੋਈਆਂ ਉਹਦਾ ਕਾਰਨ ਬਣਿਆ ਹੈ। ਯੈਸ, ਠੀਕ ਹੈ ਨਾ। ਪਰ ਇਹ ਹੈ ਸੰਸਕਾਰ ਜਿਉਂਦੇ ਨੇ। ਇੱਕ ਤਾਂ ਸੰਸਕ੍ਰਿਤੀ ਹੁੰਦੀ ਹੈ, ਇੱਕ ਸੱਭਿਅਤਾ ਹੁੰਦੀ ਹੈ। ਸੱਭਿਅਤਾ ਹੁੰਦਾ ਇਨਫਰਾਸਟ੍ਰਕਚਰ, ਖਤਮ ਹੋ ਸਕਦਾ ਹੈ, ਪਰ ਸੰਸਕ੍ਰਿਤੀ ਖਤਮ ਨਹੀਂ ਹੁੰਦੀ, ਸੰਸਕਾਰ ਹੁੰਦੇ ਨੇ। ਸੰਸਕਾਰ ਅੱਜ ਵੀ ਚੱਲ ਰਹੇ ਨੇ, ਜਿਹੜਾ ਤੁਸੀਂ ਕਹਿ ਰਹੇ ਹੋ ਲੋਕਾਂ ਦਾ ਆਪਸੀ ਪਿਆਰ, ਆਪਸੀ ਮੁਹੱਬਤ, ਉਹ ਹਜੇ ਵੀ ਹੈ। ਕਿਉਂਕਿ ਅਸੀਂ ਇੰਡੀਆ 'ਚ ਲੈ ਕੇ ਮੈਂ ਇੱਥੇ ਇੱਕ ਹੋਰ ਗੱਲ ਕਰਨਾ ਚਾਹੂੰਗੀ। ਜਦੋਂ ਹਮਾਸ ਨੇ ਅਟੈਕ ਕੀਤਾ, ਤੇ ਜਦੋਂ ਹਮਾਸ ਤੇ ਟੈਰਰਿਸਟ ਦੀਆਂ ਵੀ ਡੈਡ ਬੋਡੀਜ਼ ਮਿਲੀ, ਉਹਨਾਂ ਦੇ ਅੰਦਰੋਂ, ਉਹਨਾਂ ਦੀ ਬੋਡੀ 'ਚੋਂ ਕੁਝ ਪਾਊਚਸ ਮਿਲੇ ਡਰੱਗਸ ਦੇ, ਜਿਹਨੂੰ ਕਿ ਅਸੀਂ ਕਹਿੰਦੇ ਆ ਕੈਟੇਗਨ, ਕੁਛ ਇੱਦਾਂ ਨਾਮ ਹੈ, ਸ਼ਾਇਦ ਮੈਂ ਗਲਤ ਬੋਲ ਰਹੀ ਹਾਂ। ਐਂਡ ਇਟ ਇਜ਼ ਲਾਈਕ ਸਸਤੀ ਕੋਕੇਨ ਜਿੱਦਾਂ ਹੁੰਦੀ ਹੈ ਨਾ, ਉਹ ਲੈ ਕੇ ਤੁਸੀਂ ਫਿਰ ਹੀ ਤੁਸੀਂ ਇੰਨਾ ਬਰੂਟਲ ਜਿਹੜਾ ਮਰਡਰ ਹੈ ਉਹ ਕਰ ਸਕਦੇ ਹੋ। So whether it's Americans or the Israelis or I mean Hamas ਦੇ ਲੋਕ ਹੈ ਜਿਹੜੇ, ਕੋਈ ਵੀ ਜਿਹੜਾ ਇਨਸਾਨ ਹੈ ਨਾ, ਜਿਹੜਾ ਆਪਣੇ ਹੋਸ਼ੋ ਹਵਾਸ 'ਚ ਹੈ, ਇਹ ਸਾਰਾ ਕਰਨਾ ਬਹੁਤ ਔਖਾ ਹੈ। ਹੋਸ਼ੋ ਹਵਾਸ ਔਖਾ ਹੈ, ਬਸ ਸੁੱਤਾ ਦਿਮਾਗ ਕਰ ਦਿੰਦਾ ਹੈ। ਇਸ ਕਰਕੇ ਨਸ਼ੇ ਇਸ ਕਰਕੇ ਦਿੱਤੇ ਜਾਂਦੇ ਨੇ ਕੁਛ ਇਹਨਾਂ ਨੇ ਸਾਨੂੰ ਪੈਸੇ ਦਾ ਨਸ਼ਾ ਦੇ ਕੇ ਸਵਾਤਾ, ਕੁਛ ਨਸ਼ੇ ਕੁਛ ਸਾਨੂੰ ਧਰਮ ਦਾ ਨਸ਼ਾ ਦੇ ਦਿੱਤਾ, ਕੁਛ ਸਾਨੂੰ ਅਸਲੀ ਵਾਲਾ ਨਸ਼ਾ ਦੇ ਦਿੱਤਾ, ਕੁਛ ਸਾਨੂੰ ਮੀਡੀਆ ਦਾ ਨਸ਼ਾ ਦੇ ਦਿੱਤਾ। ਹੁਣ ਮੀਡੀਆ ਵੀ ਪੋਲਰਾਈਜ਼ਡ ਹੈ। ਕੋਈ ਦੇਖੋ ਨਾ, ਕੋਈ ਸੱਚਾਈ ਨਾਲ ਤਾਂ ਖੜਾ ਹੀ ਨਹੀਂ, ਸਾਰੇ ਇੰਟਰਸਟ ਦੇ ਨਾਲ ਖੜੇ ਹੈ। ਯੈਸ, ਸੈਲਫ ਇੰਟਰਸਟ ਕੀ ਹੈ। ਮੈਂ ਇੱਕ ਗੱਲ ਕਰਨ ਲੱਗਾ ਸੀ, ਅਸੀਂ ਇੰਡੀਆ ਦੇ ਵਿੱਚ ਬੈਠ ਕੇ ਇਹ ਸੋਚਦੇ ਹਾਂ ਕਿ ਕੀ ਕੁਝ ਹੋ ਰਿਹਾ ਹੈ, ਲੋਕ ਮਰ ਰਹੇ ਨੇ, ਇਜ਼ਰਾਈਲ ਦੇ ਵਿੱਚ ਵੀ ਮਰ ਰਹੇ ਨੇ, ਤੇ ਉਧਰ ਤਾਂ ਮਾਰ ਹੀ ਰਹੇ ਨੇ, ਫਿਲਿਸਤੀਨੀ ਤਾਂ ਮਾਰ ਹੀ ਰਹੇ ਨੇ, ਪੂਰਾ ਦੁਨੀਆ ਵੀ ਇਹ ਸੋਚਦੀ ਪਈ ਆ। ਨਾਓ ਥਰਡ ਐਂਗਲ, ਈਰਾਨ ਦਾ ਐਂਗਲ ਕਲੀਅਰ ਹੋ ਗਿਆ, ਅਮਰੀਕਨ ਐਂਗਲ ਕਲੀਅਰ ਹੋ ਗਿਆ। ਨਾਓ ਥਰਡ ਐਂਗਲ, ਆਮ ਪਬਲਿਕ। ਆਮ ਪਬਲਿਕ ਕੀ ਸੋਚਦੀ ਹੈ, ਆਮ ਪਬਲਿਕ ਦਾ ਕੀ ਪੁਆਇੰਟ ਆਫ ਵਿਊ ਆ, ਸੱਚਾਈ ਸਾਰੇ ਜਾਣਦੇ ਨੇ। ਸੋਸ਼ਲ ਮੀਡੀਆ ਦੇ ਉੱਤੇ ਸਾਰੇ ਹੀ ਲੱਗੇ ਹੋਏ ਨੇ ਆਪਣੇ ਆਪਣੇ ਵਿਊਜ਼ ਦੇਣ। ਨਾਓ ਪੂਰੇ ਵਰਲਡ ਨੂੰ ਜੇ ਅਸੀਂ ਫਿਲਟਰ ਕਰਕੇ ਦੇਖੀਏ, ਪੂਰੀ ਵਰਲਡ ਦੀ ਪਬਲਿਕ ਦਾ ਜੋ ਓਪੀਨੀਅਨ ਬਣਦਾ, ਵਾਟਸ ਦੈਟ? ਦੇਖੋ, ਪਹਿਲੀ ਗੱਲ ਤਾਂ ਮੈਂ ਕਹੂੰਗੀ ਕਿ ਜਿਹੜੇ ਹਮਾਸ ਦੇ ਟੈਰਰਿਸਟ ਬਣੇ, ਜਾਂ ਜਿਹੜੇ ਇਜ਼ਰਾਈਲ ਦੇ ਸੋਲਜਰਸ ਨੇ, ਜਾਂ ਜੋ ਵੀ ਐਂਟੀ ਸੋਸ਼ਲ ਐਲੀਮੈਂਟਸ ਹੈ, ਜਾਂ ਜਿਹੜੇ ਵੀ ਪ੍ਰੋਪੇਗੈਂਡਾ ਕਰ ਰਹੇ, ਜੋ ਵੀ ਹੋ ਰਿਹਾ ਹੈ, ਆਮ ਪਬਲਿਕ ਤੋਂ ਹੀ ਗੱਲ ਲਏ ਹੋਏ ਲੋਕ ਨੇ। ਸਾਡੇ ਬੱਚੇ ਨੇ, ਸਾਡੇ ਲੋਕ, ਠੀਕ ਹੈ। ਅਸੀਂ ਉਹਨਾਂ ਨੂੰ ਕਦੀ ਕੋਕੇਨ ਦੇ ਕੇ, ਕਦੀ ਕੋਈ ਪੈਸੇ ਦਾ ਡਰੱਗ ਦੇ ਕੇ, ਕਦੀ ਕੋਈ ਧਰਮ ਦਾ ਲਾਲਚ ਦੇ ਕੇ ਬ੍ਰੇਨ ਵਾਸ਼ ਕਰਦੇ, ਅਸੀਂ ਉਹਨਾਂ ਦਾ ਬ੍ਰੇਨ ਵਾਸ਼ ਕਰਦੇ। ਜੇ ਸਾਡੀ ਪਬਲਿਕ ਨੂੰ, ਠੀਕ ਹੈ, ਪਬਲਿਕ ਨੂੰ ਇੱਕ ਨੈਰੇਟਿਵ ਖੜਾ ਕਰਨਾ ਚਾਹੀਦਾ ਕਿ ਇਹ ਸਭ ਬੰਦ ਕਰੋ, ਠੀਕ ਹੈ, ਹਿਊਮੈਨਿਟੀ ਦਾ ਸੋਚੋ। ਪਰ ਪਬਲਿਕ ਦੀ ਨਾਲ ਹੀ ਨਾਲ ਇੱਕ ਹੋਰ ਵੀ ਜ਼ਿੰਮੇਵਾਰੀ ਬਣਦੀ ਕਿ ਜਿਹੜੇ ਉਹਨਾਂ ਦੇ ਅੰਦਰ ਬੈਠੇ ਹੋਏ ਨਾ ਪੋਲੀਟੀਸ਼ੀਅਨਸ ਨੂੰ, ਜੇ ਤੁਸੀਂ ਆਪਣੇ ਆਪ ਨੂੰ ਇਸਤੇਮਾਲ ਕਰਨ ਦੋਗੇ, ਉਹ ਤਾਈਓ ਕਰੇਗਾ, ਹੈ ਨਾ। ਹੁਣ ਉਹ ਜੇ ਇਸਤੇਮਾਲ ਕਰਦਾ ਪਿਆ, ਉਹਦੇ ਕੋਲ ਡੰਡੇ ਬੜੇ ਹੈ, ਪੈਸੇ ਦਾ, ਹੈ ਨਾ, ਫਿਰ ਪਾਵਰ ਦਾ, ਪੈਸਾ, ਪਾਵਰ, ਧਰਮ, ਨੈਟਵਰਕ, ਤੁਹਾਡੀ ਯੈਸ, ਮੀਡੀਆ ਦਾ, ਐਵਰੀਥਿੰਗ, ਹੈ ਨਾ। ਉਹ ਇਕੱਲਾ ਬੰਦਾ ਹੈ, ਉਹਦੇ ਕੋਲ ਸਾਰੇ ਹਥਿਆਰ ਨੇ। ਉਹ ਹਥਿਆਰ ਕਿੰਨੇ ਬਣਾਏ? ਮੇਰੀ ਗੱਲ ਸੁਣੋ, ਅਗਰ ਜੇ ਹਥਿਆਰ ਕਿੰਨੇ ਬਣਾਏ ਇੰਡਸਟਰੀ? ਆਮ ਪਬਲਿਕ ਨੇ। ਆਮ ਪਬਲਿਕ ਨੇ ਬਣਾਏ। ਉਹ ਉਹਨਾਂ ਦੀ ਏਮਪਲੋਇਮੈਂਟ ਜਨਰੇਸ਼ਨ ਵੀ ਡਿਫੈਂਸ ਦੇ ਲਈ ਇਹਨਾਂ ਨੇ ਲੌਜਿਕ ਦੇ ਦਿੱਤਾ। ਔਰ ਉਹ ਜਿਹੜੇ ਡਿਫੈਂਸ ਦਾ ਛੋਟਾ ਪਾਰਟ ਵੀ ਬਣਾਉਣ ਵਾਲੇ ਹੋਣਗੇ, ਉਹ ਵੀ ਆਪਣੀ ਰੋਜ਼ੀ ਰੋਟੀ ਇੱਥੋਂ ਹੀ ਲੈ ਰਹੇ ਹੋਣਗੇ। ਕਈ ਵਾਰ ਨਿਊਜ਼ ਆਉਂਦੀ ਹੈ, ਇਹ ਇੰਨੀ ਕੁ ਕਨਫਿਊਜ਼ਿੰਗ ਚੀਜ਼ ਹੈ ਕਿ ਅਸੀਂ ਕਲੀਅਰ ਕੱਟ ਆਨਸਰ ਦੇਣਾ ਬਹੁਤ ਔਖਾ ਹੈ। ਕਈ ਵਾਰ ਨਿਊਜ਼ ਆਉਂਦੀ ਆ, ਨਿਊ ਵੈਪਨ, ਨਿਊ ਰਾਈਫਲ, 1 ਸੈਕਿੰਡ ਦੇ ਅੰਦਰ 10 ਗੋਲੀਆਂ ਕੱਢ ਦਿੰਦੀ ਆ, ਸਾਹਮਣੇ ਵਾਲੇ ਨੂੰ ਛਲਨੀ ਕਰ ਦਿੰਦੀ ਹੈ। ਵਾਟ ਦ ਹੈਲ, ਕਿਉਂ ਬਣਾਈ ਹੈ? ਬਿਲਕੁਲ, ਕੀ ਬਣਾਉਣ ਪਈ ਆ? ਐਡਾ ਡੈਡਲੀ ਵੈਪਨ, 1 ਸੈਕਿੰਡ ਦੇ ਅੰਦਰ 10 ਗੋਲੀਆਂ ਤੁਸੀਂ ਇੱਕ ਬੰਦੇ ਦੇ ਵਿੱਚੋਂ ਕੱਢ ਦਿਓ। ਬਿਲਕੁਲ। ਵਾਈ? ਕਿ ਇਹ ਸਾਇੰਸ ਦਾ ਇਸਤੇਮਾਲ ਇਸ ਕਰਕੇ ਕਰਨਾ, ਸਾਇੰਸ ਦਾ ਇਸਤੇਮਾਲ ਵੈਲਫੇਅਰ ਵਾਸਤੇ ਨਹੀਂ ਹੋ ਸਕਦਾ। ਸੋ ਇਹ ਜ਼ਰੂਰੀ ਤੌਰ ਤੇ ਇਟਸ ਅ ਬਿਜ਼ਨਸ, ਵਾਰ ਇਜ਼ ਅ ਬਿਜ਼ਨਸ, ਔਰ ਲੋਕਾਂ ਨੂੰ ਮਾਰਨਾ ਇਹਨਾਂ ਦਾ ਸ਼ੌਕ ਹੈ। ਉਹਦੇ ਨਾਲ ਇਹਨਾਂ ਦਾ ਚੁੱਲ੍ਹਾ ਚੱਲਦਾ। ਯੈਸ,
frankly speaking. War is like a minting machine for them. Yes. ਔਰ ਇਹ ਇਕਨੋਮਿਕ ਇੱਕ ਜਿਹੜਾ ਇੰਜਨ ਬਣਾ ਦਿੱਤਾ ਨਾ ਇਹਨਾਂ ਨੇ, ਇਹਦੇ ਚ ਆਮ ਲੋਕ ਫਿਊਲ ਨੇ, ਆਮ ਲੋਕ ਫਿਊਲ ਹੈ, ਉਹਨਾਂ ਨੂੰ ਸਾੜਦੇ ਨੇ ਤਾਂ ਇਹ ਇੰਜਨ ਚੱਲਦਾ ਹੈ। ਯੈਸ। ਸੋ ਪਬਲਿਕ ਓਪੀਨੀਅਨ ਇਸ ਗੱਲ ਦਾ ਬਣਦਾ ਪਿਆ ਕਿ ਇਹ ਸਾਨੂੰ ਮਿਸਯੂਜ਼ ਕਰਦੇ ਨੇ, ਸਾਨੂੰ ਯੂਜ਼ ਕਰਦੇ ਨੇ, ਸਾਨੂੰ ਸਵਾਦ ਦਿੰਦੇ ਨੇ। ਸਾਡੇ ਆਪਣੇ ਹੀ ਬੱਚੇ ਨੇ, ਆਪਣੇ ਹੀ ਲੋਕ ਨੇ ਜਿਨ੍ਹਾਂ ਦਾ ਇਹ ਇਸਤੇਮਾਲ ਕਰਦੇ ਨੇ ਆਪਣੇ ਪਰਪਸ ਵਾਸਤੇ, ਆਪਣੀ ਪਾਵਰ ਪਲੇ ਵਾਸਤੇ, ਆਪਣੀ ਪਾਵਰ ਗੇਮ ਵਾਸਤੇ, ਆਪਣੇ ਆਪ ਨੂੰ ਪੋਜੀਸ਼ਨ ਔਰ ਆਪਣੀ ਈਗੋ ਦੀ ਗੇਮ ਲਈ ਵੀ, ਫॉर देयर ਓਨ ਇੰਟਰਸਟ। ਇਹਨਾਂ ਨੂੰ ਸਾਡੇ ਜਾਨ ਦੀ ਕੋਈ ਕੀਮਤ, ਕੋਈ ਪਰਵਾਹ ਨਹੀਂ, ਨਾਟ ਐਟ ਆਲ, ਔਰ ਇਹਨਾਂ ਨੂੰ ਸਿਰਫ ਆਪਣੀ ਪਰਵਾਹ ਹੈ। ਯੈਸ। ਸੋ ਆਮ ਪਬਲਿਕ ਦੇ ਵਿੱਚ ਜੋ ਇਹ ਗੱਲ ਬਣਦੀ ਪਈ ਹੈ, ਇਹ ਥਰਡ ਵਰਲਡ ਵਾਰ ਦੀ ਸ਼ੁਰੂਆਤ ਹੈ। ਇਜ਼ ਇਟ ਪੋਸੀਬਲ? ਦੇਖੋ ਇਹਦੇ ਲਈ ਦੋ ਸਕੂਲ ਆਫ ਥਾਟ ਹੈ। ਕੁਝ ਲੋਕ ਤਾਂ ਕਹਿ ਰਹੇ ਕਿ ਥਰਡ ਵਰਲਡ ਵਾਰ ਹੋ ਹੀ ਜਾਣੀ ਹੈ। ਕਿਉਂ? ਬਿਕੋਜ਼ in the era of misinformation and intellectual laziness, when I say this I mean to say कि लोग फैक्ट्स चेक कर रहे, ਉਹ ਜੋ ਮਤਲਬ ਵੀਡੀਓਜ਼ ਆ ਰਹੇ ਉੱਤੋਂ ਦੇਖ ਕੇ ਅਸੀਂ ਪੜ੍ਹ ਹੀ ਜਾ ਰਹੇ ਹਾਂ ਔਰ ਅਸੀਂ ਆਪਣਾ ਓਪੀਨੀਅਨਸ ਬਿਲਡਅਪ ਕਰੀ ਜਾ ਰਹੇ ਹਾਂ, ਠੀਕ ਹੈ। ਔਰ ਅਗਰ ਅਸੀਂ ਵੈਸੇ ਵੀ ਸਿਚੁਏਸ਼ਨ ਦੇਖੀਏ, ਦੋ ਦੇਖੋ ਵਾਰ ਆਲਰੇਡੀ ਲੱਗੇ ਹੋਏ ਨੇ, ਯੂਕਰੇਨ ਔਰ ਰਸ਼ੀਆ ਆਲਰੇਡੀ ਇਨਵੋਲਵਡ ਹੈ, ਇਕਨੋਮਿਕ ਵਾਰ ਚੱਲਦੀ ਪਈ ਆ ਸਾਰੀ ਕੰਟਰੀਜ਼ ਦੀ। ਯੈਸ। ਔਰ ਹੁਣ ਮਿਡਲ ਈਸਟ ਇੰਨਾ ਕੁ ਖਤਰਨਾਕ ਇਲਾਕਾ ਹੈ ਨਾ, ਉੱਥੇ ਤੁਸੀਂ ਦੇਖੋ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੈ ਕਿ ਇਜ਼ਰਾਈਲ 'ਚ ਪਹੁੰਚੇ ਹਮਾਸ ਤੋਂ ਹਜ਼ਬੁੱਲਾ 'ਚੋਂ ਜਿਹੜਾ ਹੁਥੀਜ਼ ਹੈਗੇ ਨੇ ਜਿਹੜੇ ਯੈਮਨ 'ਚ ਹੈ, ਫਿਰ ਯੈਮਨ ਨੂੰ ਪ੍ਰੋਟੈਕਟ ਕਰਨ ਲਈ ਈਰਾਨ ਨੇ ਆਉਣਾ ਹੀ ਆਉਣਾ ਹੈ, ਔਰ ਫਿਰ ਈਰਾਨ ਦੇ ਖਿਲਾਫ ਅਮਰੀਕਾ ਨੂੰ ਆਉਣਾ ਪਏਗਾ। ਲੇਕਿਨ ਇੱਕ ਅਮਰੀਕਾ ਦੇ ਬਹੁਤ ਵੱਡੇ ਰਾਈਟਰ ਨੇ ਸਟੂਅਰਟ ਕਾਫਮੈਨ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਮਾਡਰਨ ਹੇਟਰਡ, ਠੀਕ ਹੈ। ਹੀ ਇਜ਼ ਦ ਰਾਈਟਰ ਆਫ ਦਿਸ ਬੁੱਕ, ਔਰ ਉਹਨਾਂ ਦਾ ਇਹ ਮੰਨਣਾ ਹੈ, ਉਹਨਾਂ ਦੀ ਮੈਂ ਇੱਕ ਇੰਟਰਵਿਊ ਦੇਖ ਰਹੀ ਸੀਗੀ ਕਿ ਵਰਲਡ ਵਾਰ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਜਦ ਤੱਕ ਜਿਹੜੇ ਮੇਜਰ ਪਾਵਰ ਹੈ ਨਾ, ਚਾਈਨਾ, ਰਸ਼ੀਆ ਔਰ ਅਮਰੀਕਾ, ਜਦ ਤੱਕ ਇਹ ਤਿੰਨੋਂ ਇਨਵੋਲਵ ਨਹੀਂ ਹੋਣਗੇ ਤਦ ਤੱਕ ਵਰਲਡ ਵਾਰ ਦਾ ਕੋਈ ਚਾਂਸ ਨਹੀਂ ਹੈ। ਪਰ ਇੱਕ ਚੀਜ਼ ਜ਼ਰੂਰ ਹੈ, ਇਕਨੋਮਿਕਲੀ ਅਸੀਂ ਮਲਟੀਪੋਲਰ ਹਾਂ, ਕਿਉਂਕਿ ਵੀ ਹੈਵ ਲਾਰਜ ਇਕੋਨਮੀਜ਼, ਵੀ ਹੈਵ ਸਾਡੇ ਕੋਲ ਯੂਰਪੀਅਨ ਯੂਨੀਅਨ ਹੈ, ਚਾਈਨਾ ਹੈ, ਇੰਡੀਆ, ਜਾਪਾਨ ਦੀ ਇਕੋਨਮੀ, ਅਮਰੀਕਨ ਇਕੋਨਮੀ। ਲੇਕਿਨ ਜਦੋਂ ਅਸੀਂ ਡਿਫੈਂਸ ਦੀ ਗੱਲ ਕਰਦੇ ਨਾ, ਉਹਦੇ ਵਿੱਚ ਅਮਰੀਕਾ ਹੀ ਯੂਨੀਪੋਲਰ ਹੈ। ਅਮਰੀਕਾ ਦੇ ਡਿਫੈਂਸ ਦੀ ਕੋਈ ਮੈਚਿੰਗ ਨਹੀਂ ਹੈ, ਦੇਰ ਇਜ਼ ਨੋ ਮੈਚਿੰਗ। ਉੱਥੇ ਯੂਨੀਪੋਲੈਰਿਟੀ ਹੈ। ਜਦੋਂ ਯੂਨੀਪੋਲੈਰਿਟੀ ਹੁੰਦੀ ਹੈ ਫਿਰ ਅਸੀਂ ਉਹਦੇ ਨਾਲ ਪੰਗਾ ਨਹੀਂ ਲੈ ਸਕਦੇ। ਤੇ ਮੈਂ ਇਸ ਨੋਟ ਤੇ ਐਂਡ ਕਰੂੰਗੀ ਕਿ ਵਰਲਡ ਵਾਰ ਹੋਣ ਦੇ ਚਾਂਸਸ ਨਹੀਂ ਹੈ। ਹਾਂ, ਜੇ ਕੱਲ੍ਹ ਨੂੰ ਰਸ਼ੀਆ ਇਨਵੋਲਵ ਹੋ ਜਾਂਦਾ ਹੈ ਜਾਂ ਚਾਈਨਾ ਔਰ ਰਸ਼ੀਆ ਦੋਨੋਂ ਇਨਵੋਲਵ ਹੋ ਜਾਂਦੇ, ਫਿਰ ਜ਼ਰੂਰ ਚਾਂਸਸ ਹੈ। ਨਹੀਂ ਹੋਣੀ ਚਾਹੀਦੀ, ਕਿਉਂਕਿ ਐਲਬਰਟ ਆਇਨਸਟਾਈਨ ਨੇ ਕਿਹਾ ਸੀ ਜੇ ਥਰਡ ਵਰਲਡ ਵਾਰ ਹੋਵੇ ਤਾਂ ਫੋਰਥ ਵਰਲਡ ਵਾਰ ਡੰਡਿਆਂ ਨਾਲ ਹੋਏਗੀ, ਕਿਉਂਕਿ ਸਭ ਕੁਝ ਨਸ਼ਟ ਹੋ ਜਾਏਗਾ। ਔਰ ਮੈਨੂੰ ਆਪਣਾ ਇੰਟਰਸਟ ਹੈ, ਫਿਰ ਮੈਂ ਤੁਹਾਨੂੰ ਇੰਟਰਵਿਊ ਕਿੱਥੇ ਕਰਾਂਗਾ ਬਹਿ ਕੇ। ਸੋ ਥਰਡ ਵਰਲਡ ਵਾਰ ਨਹੀਂ ਹੋਣੀ ਚਾਹੀਦੀ। ਹਾਂਜੀ। ਸੋ ਸਾਨੂੰ ਸਭ ਨੂੰ ਮਾਨਵਤਾ ਵਾਸਤੇ ਕੰਮ ਕਰਨਾ ਹੈ, ਇਨਸਾਨੀਅਤ ਵਾਸਤੇ ਕੰਮ ਕਰਨਾ ਹੈ। ਦਿਸ ਇਜ਼ ਆਵਰ ਫਰਸਟ ਇੰਪ੍ਰੈਸ਼ਨ, and first impression is the last impression, and you never get a second chance for your first impression. Yes. So first impression ਇਹੀ ਆ ਕਿ ਜਿੱਥੇ ਅਸੀਂ ਬੈਠੇ ਹਾਂ ਅਸੀਂ ਆਪਣਾ 1% ਕੰਟਰੀਬਿਊਟ ਕਰੀਏ ਤਾਂ ਕਿ ਇਹ ਸੀਜ਼ ਫਾਇਰ ਹੋਵੇ। ਹਿਊਮਨ ਲਾਈਫ ਮੈਟਰਸ, ਹਿਊਮੈਨਿਟੀ ਮੈਟਰਸ, ਹਿਊਮਨ ਰਾਈਟਸ ਮੈਟਰਸ। ਸੋ ਇਸ ਕਰਕੇ ਸਾਨੂੰ ਇਹ ਦੁਆ ਵੀ ਕਰਨੀ ਚਾਹੀਦੀ ਹੈ, ਪ੍ਰੇ ਵੀ ਕਰਨਾ ਚਾਹੀਦਾ ਕਿ ਬਈ ਇਹ ਸੁਖ ਸ਼ਾਂਤੀ ਹੋਵੇ, ਸਭ ਸ਼ਾਂਤ ਹੋ ਜਾਵੇ ਔਰ ਜੰਗਾਂ ਦਾ ਨਾਮੋ ਨਿਸ਼ਾਨ ਹੀ ਦੁਨੀਆ ਤੋਂ ਮਿਟ ਜਾਏ। ਜੰਗਾਂ ਹੋਣੀਆਂ ਨਹੀਂ ਚਾਹੀਦੀਆਂ, ਕਿਉਂਕਿ ਜੰਗ ਤਾਂ ਆਪਣੇ ਆਪ ਦੇ ਵਿੱਚ ਇੱਕ ਮਸਲਾ ਹੈ। ਇਹ ਮਸਲਿਆਂ ਦਾ ਹੱਲ ਕਿੱਦਾਂ ਕਰ ਸਕਦੀ ਆ? ਨਹੀਂ ਕਰ ਸਕਦੀ। ਸੋ ਥੈਂਕ ਯੂ ਸੋ ਮਚ, ਤੁਸੀਂ ਇਸ ਵਿਸ਼ੇ ਦੇ ਉੱਤੇ ਸਾਨੂੰ ਇਨਲਾਈਟਨ ਕੀਤਾ, ਔਰ ਅਸੀਂ ਆਪਣੇ ਮੈਮ ਨੂੰ ਹਮੇਸ਼ਾ ਹੀ ਇਨਵਾਈਟ ਕਰਦੇ ਹਾਂ ਕਿ ਇਸ ਵਿਸ਼ੇ ਦੇ ਉੱਤੇ ਔਰ ਬਾਕੀ ਵਿਸ਼ਿਆਂ ਦੇ ਉੱਤੇ ਜੋ ਇੰਟਰਨੈਸ਼ਨਲ ਮੈਟਰਸ ਨੇ ਸਾਡੇ ਨਾਲ ਆ ਕੇ ਡਿਸਕਸ ਕਰਨ, ਸਾਨੂੰ ਇਨਲਾਈਟਨ ਕਰਨ। ਥੈਂਕ ਯੂ ਸੋ ਮਚ ਮੈਮ। ਥੈਂਕ ਯੂ ਜੀ, ਥੈਂਕ ਯੂ। ਔਰ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਿ ਇਸ ਸਬਜੈਕਟ ਦੇ ਉੱਤੇ ਆਪਣੇ ਆਈਡੀਆਜ਼, ਆਪਣੇ ਵਿਊਜ਼ ਸਾਨੂੰ ਇਨਬਾਕਸ ਕਰੋ, ਸਾਡੇ ਨਾਲ ਸ਼ੇਅਰ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮਚ ਐਂਡ ਸਤਿ ਸ਼੍ਰੀ ਅਕਾਲ।